ਅਸੀਂ ਸਭ ਭੈਣਾਂ ਭਰਾਵਾਂ ਨੇ ਸੋਚਣਾ ਹੈ ਕਿ ਅਸੀਂ ਕਿਉਂ ਇੱਥੇ ਇਕੱਠੇ ਹੋਏ ਹਾਂ, ਕਾਹਦੇ ਵਾਸਤੇ ਇਕੱਠੇ ਹੋਏ ਹਾਂ। ਪਰਮਾਤਮਾ ਨੇ ਹਰ ਜੂਨੀ ਪੈਦਾ ਕੀਤੀ ਹੈ, ਪਸ਼ੂ ਪੰਛੀ, ਘਾਸ ਫੂਸ, ਪਹਾੜ, ਦਰਿਆ, ਸਭ ਕੁਝ ਉਸ ਮਾਲਕ ਦੇ ਹੀ ਬਣਾਏ ਹੋਏ ਹੈ, ਸਭ ਉਹਦੇ ਹੁਕਮ ਵਿੱਚ ਹੀ ਚੱਲ ਰਹੇ ਹੈ। ਅਸੀਂ ਇਨਸਾਨ ਹਾਂ। ਸੋਚਣਾ ਹੈ ਕਿ ਇਹਨਾਂ ਜੂਨੀਆਂ ਔਰ ਇਨਸਾਨ ਦੇ ਵਿੱਚ ਕੀ ਫਰਕ ਹੈ। ਹਰ ਮਹਾਤਮਾ ਨੇ ਇਨਸਾਨੀ ਜਾਮੇ ਨੂੰ ਉੱਤਮ ਦੱਸਿਆ ਹੈ, ਸਭ ਜੋਨੀਆਂ ਦਾ ਸਰਦਾਰ ਕਰਕੇ ਬਿਆਨ ਕੀਤਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਬਾਦਸ਼ਾਹ ਦੀ ਜਾਂ ਕਿਸੇ ਸਰਦਾਰ ਦੀ ਕਿੰਨੀ ਜ਼ਿੰਮੇਵਾਰੀ ਹੁੰਦੀ ਹੈ, ਉਸੇ ਕੀ ਜ਼ਿੰਮੇਵਾਰੀ ਹੈ। ਸਭ ਤੋਂ ਪਹਿਲਾਂ ਤਾਂ ਉਹ ਆਪਣੇ ਆਪ ਨੂੰ ਜੋ ਅਹੁਦਾ ਉਸ ਨੂੰ ਦਿੱਤਾ ਗਿਆ ਹੈ ਉਹਦੇ ਵਾਸਤੇ ਉਹ ਤਿਆਰ ਹੋਵੇ, ਉਹੀ ਗੁਣ ਉਹਦੇ ਵਿੱਚ ਹੋਣ ਜੋ ਹੋਣੇ ਚਾਹੀਦੇ ਹੈ। ਫਿਰ ਦੂਸਰਿਆਂ ਦੀ ਵੀ ਉਸ 'ਤੇ ਜ਼ਿੰਮੇਵਾਰੀ ਆਉਂਦੀ ਹੈ, ਕਿਉਂਕਿ ਉਹ ਸਰਦਾਰ ਹੈ। ਇਸੇ ਤਰ੍ਹਾਂ ਪ੍ਰਭੂ ਨੇ ਸਾਨੂੰ ਇਨਸਾਨੀ ਜਾਮਾ ਦਿੱਤਾ ਹੈ। ਪਸ਼ੂ ਪੰਛੀ ਆਪਦੀ ਉੱਨਤੀ ਬਾਰੇ ਸੋਚ ਨਹੀਂ ਸਕਦੇ, ਉਹਨਾਂ ਵਿੱਚ ਬੁੱਧੀ ਨਹੀਂ, ਸੈਂਸ ਨਹੀਂ, ਦਿਮਾਗ ਨਹੀਂ। ਉਹਨਾਂ ਦੀ ਵੀ ਜ਼ਿੰਮੇਵਾਰੀ ਸਾਡੇ ਉੱਪਰ ਹੀ ਆਉਂਦੀ ਹੈ, ਕਿਉਂਕਿ ਉਹ ਆਪਦੀ ਉੱਨਤੀ ਬਾਰੇ ਵਿਚਾਰੇ ਸੋਚ ਨਹੀਂ ਸਕਦੇ। ਅਸੀਂ ਸੋਚਣਾ ਹੈ ਕਿ ਇਨਸਾਨ ਦਾ ਜਾਮਾ ਪਰਮਾਤਮਾ ਨੇ ਕਿਉਂ ਦਿੱਤਾ, ਸੰਤਾਂ ਮਹਾਤਮਾ ਨੇ ਭਜਨ ਅਭਿਆਸ ਕਾਹਦੇ ਵਾਸਤੇ ਕੀਤੇ, ਕਿਉਂ ਕੀਤੇ, ਔਰ ਉਹ ਸਾਡੇ ਵਾਸਤੇ ਕੀ ਪਿੱਛੇ ਹਦਾਇਤ ਛੋੜ ਗਏ ਹੈ। ਕਿ ਅਸੀਂ ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਸਹੀ ਚੱਲ ਰਹੇ ਹਾਂ ਜਾਂ ਕਿਸੇ ਅਸੀਂ ਹੋਰ ਦਿਸ਼ਾ ਦੀ ਤਰਫ ਜਾ ਰਹੇ ਹਾਂ। ਸਾਡੇ ਵਿੱਚ ਕੀ ਕਮੀਆਂ ਹਨ। ਮਹਾਤਮਾ ਨੇ ਸਤਸੰਗ ਦੇ ਉੱਤੇ ਬੜੀ ਹੀ ਮਿਹਨਤ ਕੀਤੀ, ਬੜਾ ਹੀ ਜ਼ੋਰ ਦਿੱਤਾ ਕਿ ਸਤਸੰਗ ਤੁਸੀਂ ਕਰੋ। ਜ਼ਿੰਦਗੀ ਦਾ ਅਗਰ ਕੋਈ ਉੱਤਮ ਤੋਂ ਉੱਤਮ ਫਾਇਦਾ ਹੈ ਉਹ ਸਤਸੰਗ ਹੈ। ਇੱਥੇ ਆ ਕੇ ਅਸੀਂ ਭੁੱਲ ਜਾਂਦੇ ਹਾਂ ਕਿ ਸਤਸੰਗ ਕਹਿੰਦੇ ਕਿਸ ਨੂੰ ਹੈ, ਕਿਵੇਂ ਕਰਨਾ ਹੈ, ਅਸੀਂ ਕਿਸ ਤਰ੍ਹਾਂ ਉਹਦਾ ਫਾਇਦਾ ਉਠਾਉਣਾ ਹੈ। ਕਿਉਂਕਿ ਸੰਗ ਦੋਸ਼ ਸਾਨੂੰ ਸਭ ਨੂੰ ਲੱਗਦਾ ਹੈ। ਜਿਸ ਤਰ੍ਹਾਂ ਇੱਕ ਸਵਾਂਤੀ ਬੂੰਦ ਹੈ, ਉਹ ਕੇਲੇ 'ਚ ਪੈ ਜਾਂਦੀ ਹੈ, ਉਹਦਾ ਕਫੂਰ ਬਣ ਜਾਂਦਾ ਹੈ। ਉਹੀ ਬੂੰਦ ਅਗਰ ਬੇਕਾਰ ਕਲਰ ਵਾਲੀ ਧਰਤੀ ਵਿੱਚ ਪੈ ਜਾਵੇ ਤਾਂ ਉਹ ਬੇਕਾਰ ਚਲੀ ਜਾਂਦੀ ਹੈ। ਉਹੀ ਸਵਾਂਤੀ ਬੂੰਦ ਅਗਰ ਭੱਠ 'ਚ ਡਿੱਗ ਜਾਵੇ, ਉਹ ਭੱਠ ਆਪਣੇ ਤਰ੍ਹਾਂ ਹੀ ਉਹਨੂੰ ਰਾਖ ਬਣਾ ਲੈਂਦਾ ਹੈ। ਇਸੇ ਤਰ੍ਹਾਂ ਅਗਰ ਉਹ ਵਾਂਸ ਦੇ ਵਿੱਚ ਪੈ ਜਾਵੇ, ਉਸ ਦੀ ਤਵਾਸ਼ੀਰ ਬਣ ਜਾਂਦੀ ਹੈ। ਸੱਪ ਦੇ ਮੂੰਹ ਵਿੱਚ ਪੈ ਜਾਵੇ, ਉਹਦੀ ਜ਼ਹਿਰ ਬਣ ਜਾਂਦੀ ਹੈ। ਅਗਰ ਉਹ ਪਪੀਹੇ ਦੇ ਮੂੰਹ ਵਿੱਚ ਸਵਾਂਤੀ ਬੂੰਦ ਪੈ ਜਾਵੇ, ਉਹਨੂੰ ਸਾਲ ਭਰ ਪਿਆਸ ਨਹੀਂ ਲੱਗਦੀ। ਬੂੰਦ ਉਹੀ ਹੈ, ਲੇਕਿਨ ਸੰਗ ਦੋਸ਼ ਜੈਸੀ ਜੈਸੀ ਉਹਨੂੰ ਸੰਗਤ ਮਿਲਦੀ ਹੈ ਵੈਸਾ ਵੈਸਾ ਰੂਪ ਅਖਤਿਆਰ ਕਰਦੀ ਹੈ। ਇਸੇ ਤਰ੍ਹਾਂ ਬੂੰਦ ਦੀ ਤਰ੍ਹਾਂ ਇਨਸਾਨ ਹੈ। ਅਸੀਂ ਅਗਰ ਜੂਏ ਬਾਜ਼ਾਂ ਦੀ ਸੰਗਤ ਕਰਦੇ ਹਾਂ, ਸ਼ਰਾਬੀਆਂ ਕਬਾਬੀਆਂ ਦੀ ਸੰਗਤ ਕਰਦੇ ਹਾਂ, ਸਾਡੇ ਅੰਦਰ ਸ਼ਰਾਬ ਕਬਾਬ ਜੂਆ ਖੇਡਣ ਦੀ ਆਦਤ ਪੈ ਜਾਂਦੀ ਹੈ। ਅਗਰ ਅਸੀਂ ਸਾਧੂ ਸੰਤਾਂ ਮਹਾਤਮਾ ਦੀ, ਅੱਛੇ ਪੁਰਸ਼ਾਂ ਦੀ ਸੰਗਤ ਔਰ ਸੁਹਬਤ ਦੇ ਵਿੱਚ ਜਾਂਦੇ ਹਾਂ, ਸਾਡੇ ਅੰਦਰ ਵੀ ਨਾਮ ਜਪਣ ਦਾ ਸ਼ੌਕ, ਵੀਰੇ ਤੜਫ ਪੈਦਾ ਹੋ ਜਾਂਦੀ ਹੈ। ਸਤਸੰਗ ਦੇ ਅੰਦਰ ਸਾਨੂੰ ਸਾਡੀਆਂ ਗਲਤੀਆਂ ਦਾ, ਸਾਡੀਆਂ ਕਮੀਆਂ ਦਾ ਪਤਾ ਲੱਗਦਾ ਹੈ। ਕਿਉਂਕਿ ਆਮ ਜਨਤਾ ਨੇ ਤਾਂ ਸਾਨੂੰ ਇਹ ਸਮਝਾ ਦਿੱਤਾ ਕਿ ਪਸ਼ੂ ਪੰਛੀ ਬਣਾਏ ਹੀ ਇਸੇ ਵਾਸਤੇ ਜਾਂਦੇ ਹੈ, ਸਾਡੀ ਖੁਰਾਕ ਵਾਸਤੇ ਬਣਾਏ ਜਾਂਦੇ ਹੈ। ਲੇਕਿਨ ਤੁਸੀਂ ਮਹਾਤਮਾ ਦੀਆਂ ਬਾਣੀਆਂ ਪੜ੍ਹ ਕੇ ਦੇਖ ਲਓ, ਖਾਸ ਕਰ ਅਸੀਂ ਸਿੱਖ ਸਮਾਜ ਦੇ ਲੋਕ ਕਿੰਨਾ ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਨਾਨਕ ਤੇ ਅਸੀਂ ਭਰੋਸਾ ਕਰਦੇ ਹਾਂ। ਜੇ ਸਾਨੂੰ ਭਰੋਸਾ ਹੈ ਕਿ ਗੁਰੂ ਨਾਨਕ ਦੀ ਤਾਲੀਮ 'ਤੇ ਵੀ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ। ਇਹ ਤਾਂ ਕਦੇ ਨਹੀਂ ਹੋ ਸਕਦੀ ਕਿ ਕਿਸੇ ਦਾ ਪਿਤਾ ਅੱਛੀ ਸਿੱਖਿਆ ਦੇਵੇ, ਉਹ ਬੱਚਾ ਮੰਨੇ ਨਾ। ਇੱਕ ਦੁਨਿਆਵੀ ਪਿਤਾ ਵੀ ਖੁਸ਼ ਨਹੀਂ ਹੋ ਸਕਦਾ ਗਾ।
ਜਿਹੜਾ ਮਹਾਤਮਾ ਗੁਰੂ ਨਾਨਕ ਪਰਮਾਤਮਾ ਨੂੰ ਮਿਲ ਗਿਆ ਹੈ, ਅਗਰ ਅਸੀਂ ਉਹਦੀ ਸਿੱਖਿਆ ਤੋਂ ਅਲੱਗ ਜਾ ਰਹੇ ਹਾਂ, ਕਿਸ ਤਰ੍ਹਾਂ ਉਹ ਸਾਡੇ ਤੇ ਖੁਸ਼ ਹੋਏਗਾ। ਤੁਸੀਂ ਲਾਹੌਰ ਦੀ ਸਾਖੀ ਜੋ ਦੁਨੀ ਚੰਦ ਦੇ ਨਾਲ ਹੋਈ ਹੈ, ਤੁਸੀਂ ਉਸ ਨੂੰ ਪੜ੍ਹ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੁਨੀ ਚੰਦ ਦੇ ਪਾਸ ਲਾਹੌਰ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ। ਉਹ ਆਪਣੇ ਪਿਤਾ ਦਾ ਅੱਗੇ ਸਰਾਧ ਕਰ ਰਹੇ ਸੀ। ਖੈਰ, ਉਹਨਾਂ ਨੇ ਕਾਫੀ ਕੁਛ ਉਹਨਾਂ ਨੂੰ ਸੁਣਾਇਆ ਵੀ ਦੇਖ, ਜਿੰਦੇ ਮਾਂ ਬਾਪ ਦਾ ਆਦਰ ਕਰਨਾ ਹੀ ਭਗਤੀ ਹੈ, ਅੱਛਾ ਹੈ। ਮੋਇਆਂ ਪਿੱਛੋਂ ਜੋ ਮਰਜ਼ੀ ਤੁਸੀਂ ਉਹਨਾਂ ਨੂੰ ਖਵਾਓ ਪਿਆਓ, ਉਹ ਕਿਸੇ ਦੇ ਫਾਇਦੇ ਵਿੱਚ ਨਹੀਂ ਗਾ। ਸਭ ਕੁਝ ਸਮਝਾ ਕੇ ਫਿਰ ਉਹ ਕਹਿਣ ਲੱਗੇ, ਕੀ ਤੂੰ ਜਿਹਦੀ ਖਾਤਰ ਇਹ ਖੀਰ ਪ੍ਰਸ਼ਾਦ ਖਵਾ ਰਿਹਾ ਹੈ, ਤੈਨੂੰ ਪਤਾ ਹੈ ਵੀ ਇਹ ਉਹਦੀ ਖੁਰਾਕ ਹੈ ਜਾਂ ਨਹੀਂ? ਉਹ ਕਹਿੰਦਾ ਜੀ ਮੈਨੂੰ ਕੀ ਪਤਾ ਹੈ, ਸਾਡੇ ਜੋ ਵੱਡਿਆਂ ਦੀ ਰੀਤ ਚਲਾਈ ਹੈ ਮੈਂ ਤਾਂ ਉਹ ਕਰ ਰਿਹਾ ਹਾਂ। ਉਹ ਕਹਿਣ ਲੱਗਾ, ਦੇਖ ਵੀ ਇਹ ਤਾਂ ਸੋਚਣਾ ਹੋਏਗਾ, ਸ਼ਾਇਦ ਤੇਰੇ ਵੱਡਿਆਂ ਨੂੰ ਪਤਾ ਹੋਵੇ, ਤੈਨੂੰ ਨਾ ਪਤਾ ਹੋਵੇ। ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦਿਲਾਂ ਦੀਆਂ ਜਾਣਦੇ ਸਨ। ਉਹ ਕਹਿਣ ਲੱਗੇ, ਦੇਖ ਵੀ ਦੁਨੀ ਚੰਦ, ਤੇਰਾ ਪਿਤਾ ਬਗਿਆੜ ਦੀ ਜੂਨ ਵਿੱਚ ਹੈ, ਫਲਾਨੀ ਝਾੜੀ 'ਚ ਹੈ, ਉਹ ਕਈਆਂ ਦਿਨਾਂ ਤੋਂ ਭੁੱਖਾ ਹੈ, ਤੂੰ ਉੱਥੇ ਜਾ। ਇਹ ਉਹਦੀ ਖੁਰਾਕ ਨਹੀਂ ਗੀ। ਬਗਿਆੜ ਦੀ ਖੁਰਾਕ ਤਾਂ ਮੀਟ ਹੁੰਦਾ ਹੈ, ਉਹ ਸਦਾ ਹੀ ਖਾਂਦਾ ਹੈ, ਅੰਨ ਘਾਸ ਵਗੈਰਾ ਤਾਂ ਉਹ ਖਾਂਦਾ ਹੀ ਨਹੀਂ ਗਾ। ਉਹ ਕਹਿੰਦਾ ਜੀ ਮੈਂ ਉਸ ਜਾਨਵਰ ਦੀ ਕਿਸ ਤਰ੍ਹਾਂ ਬੋਲੀ ਸਮਝੂੰਗਾ? ਹੋ ਸਕਦਾ ਮੈਨੂੰ ਦੇਖਣ ਸਾਰੀ ਉਹ ਫਾੜ ਖਾਏ, ਉਹ ਇਨਸਾਨਾਂ ਨੂੰ ਖਾਣ ਵਾਲਾ ਜਾਨਵਰ ਹੈ। ਉਹ ਕਹਿਣ ਲੱਗਾ, ਨਹੀਂ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਐਸਾ ਨਹੀਂ ਹੋਏਗਾ। ਤੂੰ ਉਹਨੂੰ ਸਮਝਾ ਸਕੇਗਾ, ਉਹ ਤੈਨੂੰ ਸਮਝਾ ਸਕੇਗਾ। ਗਿਆ, ਉਹ ਪੁੱਛਣ ਲੱਗਿਆ ਕਿ ਪਿਤਾ ਜੀ ਤੁਹਾਡੀ ਇਹ ਜੂਨ ਕਿਸ ਤਰ੍ਹਾਂ ਬਣੀ, ਕਿ ਐਸਾ ਕਿਉਂ ਹੋਇਆ? ਉਹ ਕਹਿਣ ਲੱਗਾ, ਦੇਖ ਬੇਟਾ, ਮੈਂ ਸਾਰੀ ਜ਼ਿੰਦਗੀ ਸ਼ਾਕਾਹਾਰੀ ਰਿਹਾ, ਮੈਂ ਮਾਸ ਦਾ ਭੋਜਨ ਨਹੀਂ ਕੀਤਾ। ਅਫਸੋਸ ਹੈ ਜਦ ਮੇਰਾ ਅੰਤ ਸਮਾਂ ਆਇਆ, ਮੇਰੇ ਗਮਾਂਡ ਕੋਈ ਆਦਮੀ ਮੀਟ ਰੰਨ ਰਿਹਾ ਸੀਗਾ, ਮੈਨੂੰ ਉਸ ਦੀ ਵਾਸ਼ਨਾ ਆਈ, ਮੇਰੀ ਸੁਰਤ ਵੀ ਉਸ ਪਾਸੇ ਨੂੰ ਖਿੱਚੀ ਗਈ, ਮੇਰੇ ਸਵਾਸ ਨਿਕਲ ਗਏ। ਜਿਹੜੀ ਸੁਤਾ ਸੀ ਅੰਤ ਮਤਾ ਸੋ ਗਤਾ, ਉਹ ਉਸੇ ਥਾਂ ਮੈਨੂੰ ਆ ਕੇ ਉਹੋ ਜਿਹੀ ਜੂਨ ਮਿਲੀ। ਇਹ ਮੇਰੀ ਕਹਾਣੀ ਹੈ। ਹੁਣ ਤੁਸੀਂ ਸੋਚ ਕੇ ਦੇਖ ਲਓ, ਅਗਰ ਇੱਕ ਵਾਸ਼ਨਾ ਨਾਲ, ਭੈੜੇ ਖਿਆਲ ਆਉਣ ਨਾਲ ਹੀ ਸਾਨੂੰ ਐਸੀ ਜੂਨ ਮਿਲ ਸਕਦੀ ਹੈ, ਜਿਹੜੇ ਅਸੀਂ ਸਾਰੀ ਜ਼ਿੰਦਗੀ ਗਰਦਨਾਂ ਮਰੋੜਦੇ ਹਾਂ ਜਾਨਵਰਾਂ ਦੀਆਂ, ਆਪਣਾ ਸਵਾਦ ਬਣਾਉਂਦੇ ਹਾਂ। ਕਦੇ ਅਸੀਂ ਸੋਚਿਆ ਹੈ ਕਿ ਗੁਰੂ ਨਾਨਕ ਕੀ ਕਹਿੰਦਾ ਹੈ? ਗੁਰੂ ਨਾਨਕ ਕਹਿੰਦੇ ਹੈ, ਲਏ ਦਿੱਤੇ ਬਿਨ ਰਹੇ ਨਾ ਕੋਏ। ਜਿਹਦਾ ਤੁਸੀਂ ਗਲ ਕੱਟਦੇ ਹੋ ਉਹ ਜ਼ਰੂਰ ਤੁਹਾਡਾ ਕੱਟੇਗਾ, ਕਿਉਂਕਿ ਪਰਮਾਤਮਾ ਦਾ ਨਿਯਮ ਹੈ, ਕੁਦਰਤ ਦਾ ਕਾਨੂੰਨ ਹੈ। ਵਕਤ ਤੇ ਦਿਨ ਚੜ੍ਹਦਾ ਹੈ, ਵਕਤ ਤੇ ਰਾਤ ਆਉਂਦੀ ਹੈ, ਵਕਤ ਤੇ ਬਾਰਿਸ਼, ਮੌਤ, ਪੈਦਾਇਸ਼। ਤੁਸੀਂ ਦੇਖੀ ਜਾਂਦੇ ਹੋ ਕਿਸ ਤਰ੍ਹਾਂ ਮੰਡਲ ਹਰ ਇੱਕ ਉਹਦੇ ਕਾਨੂੰਨ ਮੁਤਾਬਕ ਚੱਲ ਰਹੇ ਹੈ। ਅਗਰ ਇਹ ਸਭ ਕੁਝ ਅਸੀਂ ਅੱਖਾਂ ਦੇ ਸਾਹਮਣੇ ਦੇਖਦੇ ਹਾਂ, ਕਿ ਇਹ ਨਹੀਂ ਹੋ ਸਕਦਾਗਾ ਕਿ ਜੋ ਇਹ ਕਹਿੰਦੇ ਹੈ ਕਿ ਪਿਆਰਿਓ ਲੈ ਦਿੱਤੇ ਬਿਨ ਕੋਈ ਨਹੀਂ ਰਹਿ ਸਕਦਾਗਾ। ਕਬੀਰ ਸਾਹਿਬ ਕਹਿੰਦੇ ਹੈ, ਮਾਸ ਮਾਸ ਸਭ ਇੱਕ ਹੈ, ਮੁਰਗੀ ਹਿਰਨੀ ਗਾਹੇ। ਉਹ ਕਹਿੰਦੇ ਇੱਕੇ ਤਰੀਕੇ ਨਾਲ ਮਾਤ ਪਿਤਾ ਬਿਨ ਬਾਲ ਨਾ ਹੋਏ। ਉਹ ਕਹਿੰਦੇ ਮਾਤਾ ਪਿਤਾ ਦੀ ਪੈਦਾਇਸ਼ ਤੋਂ ਬਗੈਰ ਕੋਈ ਜੀਵ ਜੰਤੂ ਪੈਦਾ ਨਹੀਂ ਹੋ ਸਕਦਾਗਾ, ਚਾਹੇ ਇਨਸਾਨ ਹੈ, ਚਾਹੇ ਹਵਾਨ ਹੈ, ਕੁਛ ਵੀ ਹੈ, ਇੱਕੇ ਤਰੀਕੇ ਨਾਲ ਜਨਮ ਲੈਂਦੇ हैं। मास मास सब एक है, मुर्गी हिरनी गाए, आंख देख नर खात है ते बाधे जमपुर जाए। महाराज सावन कहते हुंदे सी, किहड़ा एडा समझदार व्यक्ति है जिहड़ा एक थोड़े जे जीव के चस्के पिछे मुड़ के आप दी गर्दन कटाउंदा फिरे। की असी कदे गुरु ग्रंथ साहिब दे विच सदने कसाई दी कहानी पढ़ी है? वो दिल नूं हिला देण वाला वाकया है, पर असी गुरु ग्रंथ नूं पढ़दे जरूर हैं, पढ़ते भी नहीं, वो भी असी पढ़ाने हैं, उन्होंने बैठ के सुनते भी नहीं, क्योंकि इन्ना अज दे इंसान को टाइम कित्थे है। सानू की पता है कि वो बाणी सानू की कहती है, साडे विच की कमी है।
पढ़न का तो तद ही फायदा है, पढ़ाउण का भी तां ही फायदा है, कोले बैठ के सुनिए, जो साडे विच कमियां है उन्हां नूं असीं दूर करिए। पता लगता है जब बुरे कर्मां का नतीजा भुगतण वास्ते असीं फिर किसी इंसानी जामे विच आउंदे हैं। तुसीं देख लो, ऊंट सड़कों के उत्ते एक्सीडेंट हो जाता है। अजकल तो ऐसा जमाना है, बंदे की कदर भी पशु जिन्नी हो गई है। कौन पुछदा है? नहीं तो आम तौर के उत्ते असीं ऊंट तो देखते ही हैं, बौल देखते हैं, एक्सीडेंट हो जाता है, लत्तां टुट जांदियां हन, वो सड़कों पर उन्होंने असीं उस तरह छड्डे आउंदे हैं। किस तरह उन्होंने जींदियां नूं असीं अखां नाल वेखने हैं, जानवर अखां कढी जाते हैं, जिंदे हुंदे आ ओह, उन्हां नूं कां कुत्ते खा रहे हुंदे है, वो आपकी सहायता खुद नहीं कर सकते। कोल दी इंसान लंघदा है, असीं उन्हां दी सहायता नहीं कर सकते गे। सोच के देखो, कदे ठंडे दिल ने यह सोचा किसी वक्त ये साडे तुहाडे नालों अच्छे इंसान होण, छेड़ शाहूकार होण, इंसानी जामे दीयां जिहड़ियां गलतियां कीतियां सन वो अज ही भुगतान कर रहे हैं कि असीं नहीं करांगे। मुसलमानां दी पवित्र किताब दे विच आउंदा है कि जद असीं उच्चे जामिਆਂ विच गलतियां करते हैं, सानूं नीचे जामिਆਂ विच जाना पैंदा है। कबीर साहब कहते हैं, अस्थावर जंगम कीट पतंगा, अनक जन्म कीने बहु रंगा। अनेकां जन्म असीं पाए दरख्तां दे, कीड़े पतंगियां दे, ऐसे कर हम बहुत वसाए, जब हम राम गर्भ होए आए। कई बारी असीं घर वसा वसा के चले गए हैं, माता दे गर्भ विच कई बारी आए, कई बारी गए। गुरु अर्जन देव जी महाराज कहते हैं, कई जन्म पए कीट पतंगा, कई जन्म गज मीन करंगा। मछियां दे भी पाए, कीड़ियां दे भी पाए, हिरनां दे भी पाए। तुसीं देख सकते हो हिरनां की की हालत है। पिछे शिकारी आउंदा है, गोली मारदा है, फट्टड़ हो जाता है, वो भज नहीं सकता, आपकी बोली विच वो भी पुकार करता है, पर कौन सुनता है? इस वास्ते महात्मा सानू दसदे है कि जब इसका फल भोगते हैं पता लगता है परमात्मा ने इंसानी जामा बड़ा ही सानू उच्चा दिता है। फिर किहड़ा असीं जे संतां महात्मा कोले आउंदे हैं, संत महात्मा सानू दसदे है कि सब बीमारियां की दवाई नाम है। ये दुनिया रोगी है, इहदे विच नाम ही दारू है। लेकिन फिर भी अगर असीं मालिक दे पैरां कोले आउंदे हैं, कोई उच्चे भागां वाला ही होएगा जिहड़ा कोई नाम की दौलत मंगदा होएगा। नहीं तो आम तौर के उत्ते असीं अपणियां समस्या सब तो पहला अगे खड़ियां करते हैं। कबीर ने कहा, कोई कहता बीमारी दूर हो गए, कोई कहता बेरोजगारी दूर होए, कोई कहता मेरा ये काम हो जाए। तुसीं देख लो फिर किहड़ा वो आपदे ते रहम करदा है। ये चीज़ां मंगदे हैं, मिल जाणगियां, उत्थे होर कमियां खड़ियां हो जाणगियां। महाराज सावण सदा ये कहानी सुणाते हुंदे सीगे। महाराज कृपाल ने भी कई दफा ये कहानी सुनाई कि एक आदमी टट्ठे खूह दे विच डिग पिया। उन्हें चीखो पुकारता की। कोई आदमी कोल दी जा रहा सीगा, उसने देखा कि इंसान का बच्चा खूह च डिग्या होया है, इस नूं कढो। उसने रस्सा लमकाया, भाई रस्से नूं पकड़, असीं उपर खिंच लेने हैं। हुण जे तां वो समझदारी तो कम लैंदा, रस्सा पकड़दा, बाहर आ जांदा, जो मर्जी है उस तो बाहर आके पुछदा। लेकिन ने ऐसा नहीं किया। वो विच सवाल करने उन्हें शुरू कर दिते। कहता है खूह किसने लाया है, ये क्यों जंगल विच लाया, ये ढह क्यों गया। फिर पुछदा है कि मैं खूह क्यों डिग्या। उन्हें उपरों कई दफा कहा, वो प्यारिया तू रस्सा पकड़, जल्दी बाहर आ, मैनू भी टाइम है, तू ये गल्लां बाहर करी। वो कहता मैनू तू दस, इस खूह दे विच किन्ने क बंदे आ सकते हैं। उन्हें खिंच के उत्तों रस्सा छड़ दिता। कहने लगा तेरे वर्गे बेवकूफ बथेरे आ सकते हैं। हुण तुसीं सोच सकते हो यही हालत साडी है। असीं संतां कोले जाके इस तरह दीयां गल्लां करदे हैं जिन्हां दा कोई मतलब नहीं हुंदागा।
चाहिदा तो यह है कि असी नाम लीए, नाम की कमाई करिए, फिर जो मर्जी है अंदर जाके। संत सानू अंध विश्वास नहीं देंदे, वो कहते आओ देखो मालिक थोड़े अंदर जोत रूप नाद रूप होके विराजमान है, तुसी देख सकते हो, तुसी उहदे नाल गल्लां कर सकते हो। वो परमात्मा किसी पहाड़ां दे उपर नहीं गा, वो किसी स्वर्ण के मंदिर विच नहीं गा, वो किसी भी मसीत दे विच नहीं गा, किसी दरिया च नहीं गा। वो परमात्मा तो थोड़े अंदर है, तुसी अंदरों उसनूं मिल सकते हो, बड़ी आसानी नाल मिल सकते हो। गुरु नानक कहते हैं शरीरों भालन को बाहर जाए, नाम न ले बहुत बेगार दुख पाए। जो शरीर दे वजूद तो बाहर भालदा है, गुरु नानक कहते हैं वो अपने वक्त नूं खराब कर रहा है। कबीर साहब कहते हैं ज्यों तिल माही तेल है, ज्यों चखमख में आग, तेरा प्रीतम तुझ में जाग सके तो जाग। जिस तरह तिला अंदर तेल है, पत्थर अंदर अग्नि है, वो परमात्मा तेरे अंदर है। प्यारा अगर जगाई दा तू जगा सकदा है। हुण सवाल पैदा हुंदा है कि वो तो प्योर है, पवित्र है साडे अंदर जरूर, इहदे विच तां कोई शक नहीं, लेकिन असी उन्होंने मिल क्यों नहीं सकते गे। सब तो पहला तो असी वो जगह की खोज नहीं करते गे कि जिथे वो परमात्मा रहिंदा है। फिर असी उन्हां बंदियां दी, उन्हां मालिक के प्यारिਆਂ की खोज नहीं करते गे, उन्हां दा असी निर्णय नहीं कर सकते गे कि वो कौन है, उन्होंने जिंदगी च की कीता हुंदा है, उन्हां दा की उपदेश हुंदा है। संत मत कोई समाज नहीं, ये किसी की निंदिया नहीं करती गी, अपने आप को सुधारन का मत है। जब भी संत महात्मा आए उन्हां दा हर समाज नाल प्यार रहा। वो हिंदुआं दे तीर्थां ते भी गए, भावें वो मुसलमान सन। साईं बुल्ले शाह दी तुसीं काफियां पढ़ के देख लो, वो कहंदे असीं अनेकां वारी गंगा ते गए, वेद प्राण भी पढ़े, वेद प्राणा पढ़ थके, सिजदे करदिआं घिस गए मत्थे। ना रब तीर्थ ना रब मक्के, जिस पाया तिस नूर अनवार, जिहने पाया अंदर जाके पाया। वो तो मुसलमान फकीर सी, वो क्यों मक्के गया, वो उन्हां दी शरह दा सीगा। गंगा क्यों गया कि उन्होंने मक्के नाल भी उन्ना ही प्यार सी जिन्ना कि उसनूं साडे हिंदू तीर्थां दे नाल प्यार सीगा। वो सच्चाई दा आशिक सीगा। अगर जे मसीते बैठण नाल परमात्मा मिलदा, ਉਹਦਾ पिता भी लाहौर की मसीत का बड़ी का काजी रहा, मौलवी रहा। बुल्ले शाह खुद 40 साल मौलवी रहा उस मसीत का। पर तड़फ ही हुंदी है, खोज ही हुंदी है। उच्चा वक्त आ चुकिया सीगा, दिल च ख्याल आया कि जब मैनू शांति नहीं मसीते बैठण ना, मेरे पिता नूं नहीं, कि ਜਿਹੜੇ होर लोग आउंदे आ जिन्हां नूं मैं रोज़ शरह दा पाबंद बना रहा है, जकड़ रहा है, कि उन्हां नूं सुरत आएगी, उन्हां नूं शांति आएगी। खोज कीती। महाराज कृपाल कहंदे हुंदे सीगे, भुखे नूं रोटी प्यासे नूं पानी, कुदरत दा असूल है, जरूर मिलता है। अगर साडी खोज है, वो परमात्मा साडे ते रहम करता है, वो जरूर आपदे मिलण दा उपाव करता है। इस वास्ते इनायत शाह लाहौर के नज़दीक ही रहिंदा सीगा। उन्हां दे सेवक नाल उन्हां दा मिलाप होया। वो पुछण लग्या कि क्यों मियाँ तू रोज़ बांगा दिना है, नमाज़ां पढ़दा है, सब कुछ करदा है, रोज़े जगात वगैरह करदा है, कदे अंदर नूर देखिया, कदे उस कलमे नाल तेरी आत्मा जुड़ी जिसका कि तू मसीते बैठ के कुरान नूं पढ़ के जिक्र करदा है। हुण आला पात्र सी, जदों दिन अच्छे आउंदे है, सानूं पता है बारिश होनी हुंदी है, आसमान च बदल हो जाते हैं, दिल च ख्याल आया झूठ बोलण च की फायदा। वो कहंदा ऐसा तो नहीं होया। वो कहंदा फिर जे तू उस कलमे नूं समझना है, कलमे दे नाल जुड़ना है, इस वक्त इनायत शाह ये काम करदा है, कलमा उस विच प्रगट है। इनायत शाह दे पास गया, ख्याल आया। इनायत शाह एक जिमींदारा करदा सी, तुहानूं पता है राई जाति दा सी, राई काश्तकार लोकां नूं कहने हैं। उहदे पास गया। इनायत शाह ने सोचा भी पढ़िया लिखिया है, अगर इनू मैं कोई ग्रंथां पोथियां दीयां मिसालां दूंगा इन्हें समझना नहीं गा,
ਉਹ ਗੰਢਿਆਂ ਦੀ ਪਨੀਰੀ ਲਾ ਰਿਹਾ ਸੀਗਾ। ਜਾ ਕੇ ਪੁੱਛਣ ਲੱਗਿਆ ਕਿ ਮਹਾਰਾਜ ਜੀ, ਮੈਂ ਰੱਬ ਨੂੰ ਪਾਉਣ ਵਾਸਤੇ ਆਇਆ ਹਾਂ, ਕਲਮੇ ਨੂੰ ਪਾਉਣ ਵਾਸਤੇ ਆਇਆ ਹਾਂ, ਮੈਨੂੰ ਕੋਈ ਉਹਦਾ ਸਾਧਨ ਤਰੀਕਾ ਦੱਸੋ, ਕਿਸ ਤਰ੍ਹਾਂ ਉਹ ਮਿਲ ਸਕਦਾ ਹੈ। ਉਹ ਕਹਿਣ ਲੱਗੇ ਵੀ ਦੇਖ ਬੋਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਬਸ ਇੰਨਾ ਕੁ ਕੁਛ ਹੀ ਹੈ। ਉਹ ਖੇਤੀ ਇੱਕ ਪਾਸੇ ਪੁੱਟ ਕੇ ਦੂਜੇ ਪਾਸੇ, ਲੇਕਿਨ ਉਸ ਬਾਤ ਤਾਂ ਵੇਖਣ 'ਚ ਛੋਟੀ ਹੈ, ਲੇਕਿਨ ਇਹਦੇ ਵਿੱਚ ਰਾਜ ਬਹੁਤ ਵੱਡਾ ਛੁਪਿਆ ਹੋਇਆ ਹੈ। ਉਹ ਕੀ ਸੀ? ਲੋਕ ਲਾਜ। ਦੁਨੀਆ 'ਚੋਂ ਮਨ ਨੂੰ ਅਖੇੜ ਕੇ ਉਹ ਪਰਮਾਤਮਾ ਵਾਲੇ ਪਾਸੇ ਲਾਉਣਾ। ਸਾਨੂੰ ਪਤਾ ਹੈ ਜਦ ਅਸੀਂ ਭਗਤੀ ਕਰਨ ਲੱਗਦੇ ਹਾਂ, ਛੋਟੀ ਉਮਰ ਹੈ ਤਾਂ ਮਾਤਾ ਪਿਤਾ ਵੀ ਤਾਨੇ ਮਿਹਣੇ ਮਾਰਦੇ ਹੈ, ਪੁੱਤਰ ਤਿਆਗੀ ਹੋ ਗਿਆ, ਕਈ ਅਖੌਤੀ ਸਾਧੂਆਂ ਪਾਸ ਵੀ ਲੈ ਜਾਂਦੇ ਹੈ ਕਿ ਪਤਾ ਨਹੀਂ ਭੂਤ ਪ੍ਰੇਤ ਦਾ ਇਸ ਤੇ ਛਾਇਆ ਕੋਈ, ਥੋੜਾ ਬਹੁਤਾ ਦੇਖੋ। ਇਹ ਸਾਰਿਆਂ ਨਾਲ ਹੀ ਗੁਜ਼ਰੀ ਹੈ। ਗੁਰੂ ਨਾਨਕ ਨੂੰ ਕਾਫੀ ਭੂਤ ਪ੍ਰੇਤਾਂ ਵਾਲਿਆਂ ਦੇ ਪਾਸ ਲਿਜਾਇਆ ਗਿਆ, ਵੈਦਾਂ ਪਾਸ ਲਿਜਾਇਆ ਗਿਆ। ਉਹ ਆਪ ਦੀ ਹੱਡਬੀਤੀ ਲਿਖਦੇ ਹੈ ਕਿ ਭੋਲਾ ਵੈਦ ਬੁਲਾਇਆ ਵੈਦਗੀ ਤੇ ਪਕੜ ਢੋਲੇ ਬਾਂਹ। ਉਹ ਨਬਜ ਨੂੰ ਦੇਖਦਾ ਹੈ। ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਂ, ਉਸ ਨੂੰ ਮੇਰੀ ਲੱਗੀ ਦਾ ਕੀ ਪਤਾ ਹੈ। ਪਿਆਰ ਦੀ ਅਗਨੀ ਜਿਸ ਦੇ ਅੰਦਰ ਧੁਖ ਪੈਂਦੀ ਹੈ, ਉਹ ਬਾਹਰ ਨਹੀਂ ਨਜ਼ਰ ਆਉਂਦੀਗੀ। ਪਿਆਰ ਨਾ ਪਹਾੜ ਚੋਂ ਮਿਲਦਾ ਹੈ, ਨਾ ਸਮੁੰਦਰ ਦੀ ਤਹਿ ਚੋਂ ਮਿਲਦਾ ਹੈ, ਨਾ ਉਹ ਖੇਤਾਂ 'ਚ ਉਗਦਾ ਹੈ, ਨਾ ਕੋਈ ਵਪਾਰ ਅਸੀਂ ਕਰ ਸਕਦੇ ਹਾਂ ਵੀ ਬਾਜ਼ਾਰਾਂ 'ਚ ਹੀ ਵਿਕਦਾ ਹੋਵੇ। ਪਿਆਰ ਹੈ ਦਿਲ ਦੀ ਲਗਨ, ਇਹ ਆਤਮਾ 'ਚੋਂ ਫੁੱਟ ਕੇ ਬਾਹਰ ਆ ਜਾਂਦਾ ਹੈ। ਪ੍ਰੇਮੀ ਉਹਨਾਂ ਚਿਰ ਚੈਨ ਨਹੀਂ ਲੈਂਦਾਗਾ ਜਿੰਨਾ ਚਿਰ ਜੋ ਆਤਮਾ ਚਾਹੁੰਦੀ ਉਹ ਨਾ ਮਿਲੇ। ਸੱਚੇ ਪ੍ਰੇਮ ਦੇ ਵਿੱਚ ਕੋਈ ਵੀ ਮੰਗ ਨਹੀਂ ਹੁੰਦੀ, ਕੋਈ ਮੈਲ ਨਹੀਂ ਹੁੰਦੀ ਗੀ, ਕੋਈ ਗਰਜ ਨਹੀਂ ਛੁਪੀ ਹੁੰਦੀ ਦੁਨੀਆ ਦੀ ਤਰ੍ਹਾਂ। ਇਹਦਾ ਨਾਂ ਹੈ ਸੱਚਾ ਪ੍ਰੇਮ। ਮੈਂ ਆਪਣੀ ਹੱਡਬੀਤੀ ਦੱਸਦਾ ਹੁੰਦਾ। ਇਸੇ ਥਾਂ ਸਾਡਾ ਭਾਈ ਆਇਆ, ਹਾਲ ਚਾਲ ਪੁੱਛਿਆ। ਮੈਨੂੰ ਕਹਿੰਦਾ ਮੈਨੂੰ ਕੁਛ ਆਦਮੀ ਮਿਲੇ ਸੀ ਕਿ ਕਿਰਪਾਲ ਨੇ ਤੇਰੇ ਉੱਪਰ ਜਾਦੂ ਧੂੜਿਆ ਹੈ, ਅੰਮ੍ਰਿਤਸਰ ਤੇਰੇ ਤੇ ਬਿਜਲੀ ਲਵਾ ਲਿਉਨੇ ਹੈ। ਇਹ ਕੋਈ ਕਿਸੇ ਇੱਕ ਨਾਲ ਨਹੀਂ, ਸਾਰਿਆਂ ਨਾਲ ਬੀਤਦੀ ਰਹਿੰਦੀ ਹੈ। ਮਾਤਾ ਪਿਤਾ ਕਹਿੰਦੇ ਆ ਬੱਚਾ ਤਿਆਗੀ ਹੋ ਗਿਆ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਅਸੀਂ ਆਪਣੇ ਦਿਮਾਗ ਨੂੰ ਵੇਖਦੇ ਨਹੀਂ ਕਿ ਸਾਡਾ ਖਰਾਬ ਹੈ ਜਾਂ ਇਹਨਾਂ ਲੋਕਾਂ ਦਾ ਖਰਾਬ ਹੈ। तो महात्मा के कहने का भाव इतना ही है कि लोक लाज जिहड़ी है ये सब तो वड्डी है। हुण बुल्ले शाह जिहड़ा सीगा दिल च ख्याल आया कि लोक लाज नूं किवें दूर किया जाए, किस तरह इसनूं अंदरों कढ़ी जाए। प्यार प्यार ही हुंदा है। कई ऐसे काम कीते बुल्ले ने कि जिहड़ा जारा देखण वालिआं नूं अच्छे नहीं लगदे सन। पहला तो लोगों ने निंदिया की, ये किड्डी उच्ची जात का आदमी सी, सजद होके मुसलमानों के अंदर सजदा की पूजा करते हैं मुसलमान फिरके। एक राइयां की सोबत विच गया है, इन्हें आपके खानदान नूं धक्का लाया है। फिर उन्हें सोचा जो लोग चुप करन लगे, आखिर सानू पता ही है किसी तो अपराध हो जाए उसनूं असीं आम तौर पर गधे उपर चढ़ाने हैं और गधे के मगर लाने हैं। तो बुल्ले ने इस तरह के जानवर गधे ले ले है। लोगों ने कहा देखो जो रही खही सी सजदा की इज्जत वो भी ये बर्बाद कर रहा है, खोतियां चार रहा है, कितनी बुरी गल कर रहा है। इसी तरह फिर जब लोग चुप करते हटे, वो ड्रामे वाले नाल रल गया, वाजा वजाउण वालिआं दे नाल, उन्हां नाल साजबाज नचे गाए। हर एक ने कहा वेखो हुण की करदा है। कर्मकांड दे विच बुढ़ा फसिया होया सीगा। वो कहंदा सी जिहड़ी मेरी भगती है यही उत्तम है, रोज माला फेरदा सीगा। किसी ने एक नवाब, वो वक्त ही यहे जे हुंदे सन, तकड़े लोग माड़ियां दीआं बहु बेटियां उठा ले जांदे सन। किसी गरीब दी
घर वाले नूं कोई तकड़ा नवाब उठा के ले गया। उन्हें फरियाद की उदू छोटियां कोले, वो कहने लगे देख बई ऐसा काम तो बुला ही परोपकारी है, वो कर सकता है जे करे तां। बुले कोले आया, बेनती की, वो कहने लग्या भी तू देख किते ड्रामे वाले है, वो सिक्ख्या सिखाया तो सीगा ही। उत्थे गया, थोड़ा बहुत चिर खड़िया, आखिर तवज्जो रखी, क्योंकि संतां दी तवज्जो नूं उही जाणदे है ਜਿਹੜੇ अंदर जाते हैं कि किन्नी तवज्जो दे विच मैगनेट का पता लगता लोहे नूं जद उहदे दायरे च आउंदा है वो किस तरह खिंच लैंदा है। इच्छाधारी सप जिहड़ा है वो शिकार ते खुद नहीं जांदा गा, वो पास खिंच लैंदा है। इस तरह संतां दी तवज्जो जिहड़ी है ये भी बड़ा काम करती है। तवज्जो ही है हज़ारों लखों मीलों के उत्ते बैठा होवे ते किस तरह उसकी संभाल करते हैं। वो सचखंड चो बैठे भी आपके बच्चों की संभाल करते हैं। ऐसे उदाहरण पत्र साढ़े को आउंदे है कि महाराज सावण नूं वक्त हो गया, शरीर छड्डे नूं काफ़ी टाइम हो गया है, वो अज भी आपकी आत्मा दियां पश्चिम विच भी संभाल करते हैं। इस तरह महाराज कृपाल हिंदुस्तान की तो गल ही की करनी है कि बाहर अगवाही देंदे लोग कि वो महान ताकतां साडे पास आईयां और संभाल की। इस तरह बुल्ले शाह ने कहा कि उथे बाग सीगा जिथे उसका घर सीगा। कहन लग्या भी देख अंबा वाला बाग सुनीगा, अंबा वाली गली सुनीदी, खजी वाला बाग, खोतियां वाला साध बुलावे, सुती है तो जाग, चीना इंज छड़ी दा यार। भी तैनू वो साध बुला रहा है, वो औरत इंतहा उथे आ गई है। बुला कहन लगे तू आपके पति ना जा बई। किसी ने घरे आके दसिया बुढ़े कोले भी देख पहला तो तुहाडा नाम उच्चा खोतियां चारदा सी, फिर ड्रामे वालियां नाल फिरदा सीगा, साध बन गया, की उन्हें किते कीते है, हुण नचदा फिरदा है। बुल्ले दे पिता दा कोई हद ना रही, नाराज होया, सोटी हथ च है, माला हथ च है, तुरया आउंदा है। बुल्ले दे दिल च ख्याल आया कि सारी जिंदगी इसने माला फेर फेर के कढ़ दी है, ये अंदर नहीं गया। चलो जिथे होरां ते दया की, अज बाबे बुढ़े ते ही दया करो। बुल्ले ने तवज्जो भर के शब्द बोलिया, कहन लग्या भी लोकां दी जप मालियां ते बाबे दा जप माल, सारी उम्र जपेंदियां ते खुथ ना सकिया वाल। भी लोगों दी तो छोटियां छोटियां माला है तो बाबे का वड्डा सारा माला है। सारी उम्र जपद्या कढ़ दी, उही काम, उही क्रोध, उही लोह मोह हंकार, ते चीना इंज छड़ी दा यार। तवज्जो भर के रंग दिता। हुण जिथे बाबा हटाउण गया सीगा ते बाबे ते भी नाम का रंग चढ़ गया। हुण लाहौर की मसीत, बड़ी बादशाही मस्जिद, वो दोने प्यो पुत उस दे मौलवी सन। वो सारी लोक लाज छड़ के बाजार दोने नचन लगे ते बुढ़े ने नाल ही सद रला दी, पुत्र जिन्हां दे रंग रंगीले मापे लेंदे तार ते चीना इंज छड़ी दा यार। ये मैनू रंग जो मिलिया मेरे पुत्र की भगती जो ही मिलिया है। इस वास्ते महात्मा सानू प्यार दे नाल दसदे है, जदों वो परमात्मा मेहर करता है, मैं दसदा हुन्ना कि जब बारिश आउणी आसमान विच बदल हो जाते हैं, इस तरह वो परमात्मा जब साडे ते मेहर करता है, साडी आत्मा के अंदर तड़फसी उठती है। असी सच झूठ का निर्णय करते हैं कि सानू वो चीज़ सच्ची मिले जिहड़ी कदे फना ना होवे, नाश ना होवे। ਉਹਦੀ खोज वास्ते ही असी मंदिरां 'ਚ जाने हैं, गुरुद्वारियां 'ਚ जाने हैं, मसीतां विच जाने हैं।
ਜਦੋਂ ਖੋਜ ਪੂਰੀ ਨਹੀਂ ਹੁੰਦੀ ਗੀ ਫਿਰ ਅਸੀਂ ਉਹਨਾਂ ਤੇ ਸਵਾਲ ਕਰਨਾ ਸ਼ੁਰੂ ਕਰਦੇ ਹਾਂ। ਜਦੋਂ ਸਾਡਾ ਪੂਰਾ ਨਹੀਂ ਕਰਦੇਗੇ ਫਿਰ ਅਸੀਂ ਆਸੇ-ਪਾਸੇ ਹੋਰ ਦੇਖਦੇ ਹਾਂ ਕਿ ਕਿੱਥੋਂ ਸਾਡਾ ਇਹ ਮਸਲਾ ਹੱਲ ਹੋਵੇ। ਸਿਰਫ ਇਹ ਉਹਨਾਂ ਦਾ ਹੀ ਇਹ ਹਾਲਤ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਬਿਰੋਂ ਔਰ ਤੜਫ ਪੈਦਾ ਹੋਵੇ। ਉਹ ਸਾਨੂੰ ਜਦ ਖੋਜ ਕਰਦਿਆਂ ਨੂੰ ਮਿਲ ਜਾਂਦੇ ਹੈ ਉਹ ਸਾਨੂੰ ਪਿਆਰ ਨਾਲ ਸਮਝਾਉਂਦੇ ਆ ਕਿ ਦੇਖ ਵੀ ਪਿਆਰਿਆ, ਜਦ ਬੱਦਲਾਂ 'ਚੋਂ ਬਰਸਾਤ ਬਣ ਕੇ ਜ਼ਮੀਨ ਤੇ ਪਾਣੀ ਆਉਂਦਾ ਹੈ ਉਹ ਬਿਲਕੁਲ ਸਾਫ਼ ਹੁੰਦਾ ਹੈ। ਜਦ ਉਹ ਗੰਦੀ ਰੂੜੀਆਂ ਤੇ ਆ ਕੇ ਪੈ ਜਾਂਦਾ ਹੈ ਉਹ ਪਾਣੀ ਇਕੱਠਾ ਹੋ ਕੇ ਨੀਵੇਂ ਥਾਂ ਤੇ ਖੜ ਜਾਂਦਾ ਹੈ, ਉਹਦੇ ਵਿੱਚੋਂ ਬਦਬੂ ਆਉਂਦੀ ਹੈ। ਜਦ ਫਿਰ ਉਹਨੂੰ ਸੂਰਜ ਦੀ ਤਪਸ਼ ਮਿਲਦੀ ਹੈ ਉਹ ਬਖਾਰਾਤ ਬਣ ਕੇ ਪਾਣੀ ਉੱਡਦਾ ਹੈ, ਬੱਦਲਾਂ ਜਾ ਕੇ ਸਮਾ ਜਾਂਦਾ ਹੈ। ਫਿਰ ਉਹਨੂੰ ਪਤਾ ਲੱਗਦਾ ਹੈ ਕਿ ਗੰਦ ਕੋਈ ਹੋਰ ਚੀਜ਼ ਸੀ, ਬਦਬੂ ਕੋਈ ਹੋਰ ਚੀਜ਼ ਸੀ, ਮੈਂ ਤਾਂ ਪਹਿਲਾਂ ਵੀ ਸਾਫ਼ ਸੀ, ਹੁਣ ਵੀ ਸਾਫ਼ ਹੈ। ਇਸੇ ਤਰ੍ਹਾਂ ਸਾਡੀ ਆਤਮਾ ਤਾਂ ਪਿਓਰ ਸੀ, ਪਵਿੱਤਰ ਸੀ, ਲੇਕਿਨ ਇਹ ਥੱਲੇ ਵਾਲੇ ਮੰਡਲਾਂ ਦੇ ਵਿੱਚ ਆ ਕੇ ਜਿੱਥੇ ਕਿ ਮਨ ਦਾ ਰਾਜ ਹੈ ਇਹ ਅਤੀ ਮੈਲੀ ਹੋ ਗਈ, ਆਪਣੇ ਆਪ ਨੂੰ ਭੁੱਲ ਗਈ। ਜਦ ਸਾਡੀ ਆਤਮਾ ਫਿਰ ਉਹ ਸ਼ਬਦ ਦੀ ਤਪਸ਼, ਨਾਮ ਦੀ ਤਪਸ਼ ਪਾ ਕੇ ਉੱਪਰ ਜਾਂਦੀ ਹੈ ਫਿਰ ਇਹਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਹੀ ਵਿਸ਼ੇ ਵਿਕਾਰਾਂ ਦੇ ਗੰਦ ਵਿੱਚ ਗੰਦੀ ਹੋਈ ਰਹੀ। ਇਹ ਮਾਲਕ 'ਚ ਮਿਲ ਜਾਂਦੀ ਹੈ। ਇਸ ਵਾਸਤੇ ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ ਜੀ। ਵਚਨ 41ਵਾਂ ਫੁਟਕਲ ਸ਼ਬਦ ਪਹਿਲਾ, ਸਾਰ ਵਚਨ ਪੰਨਾ 365। ਖੋਜਤ ਰਹੀ ਪਿਆ ਪੰਥ ਮਾਰਨ, ਕੋਈ ਨੈਕ ਮੰਗਾਇਆ, ਰਹਿਣ ਦਿਵਸ ਬੇਚੈਨ, ਤਰਸ ਤੇ ਜਨਮ ਬਿਤਾਇਆ। ਆਪ ਪਿਆਰ ਨਾਲ ਕਹਿੰਦੇ ਹੈ ਮੈਂ ਉਸ ਪਰਮਾਤਮਾ ਨੂੰ ਦਿਨ ਰਾਤ, ਕਿਉਂਕਿ ਜਿਸ ਚੀਜ਼ ਦੀ ਸਾਡੇ ਦਿਲ ਦਿਨੇ ਤੜਫ ਹੈ ਰਾਤ ਨੂੰ ਸੁਪਨੇ ਉਹਨਾਂ ਦੇ ਆਉਣੇ ਹੈ। ਜਿਸ ਦੀ ਦਿਨੇ ਖੋਜ ਹੈ, ਲਗਨ ਹੈ, ਰਾਤ ਨੂੰ ਵੀ ਸਾਨੂੰ ਉਸੇ ਦੀ ਖੋਜ ਰਹਿੰਦੀ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਹੈ ਅਸੀਂ ਬੜੀ ਖੋਜ ਕੀਤੀ, ਹਰ ਜਗ੍ਹਾ ਉਸ ਨੂੰ ਢੂੰਡਿਆ। ਗੁਰੂ ਰਾਮਦਾਸ ਜੀ ਵੀ ਆਪਣੇ ਦਿਲ ਦੀ ਲੱਗੀ ਦੱਸਦੇ ਹੈ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਉਹ ਕਹਿੰਦੇ ਜੇ ਸਾਡੇ ਦਿਲ ਦੇ ਵਿੱਚ ਪਿਆਸ ਉੱਠੀ, ਅਸੀਂ ਉਸ ਪਰਮਾਤਮਾ ਦੀ ਹਰ ਜਗ੍ਹਾ ਖੋਜ ਕੀਤੀ। ਜਦ ਗੁਰੂ ਅਮਰਦੇਵ ਜੀ ਨੂੰ ਮਿਲੇ, ਉਹਨਾਂ ਨੂੰ ਇਹ ਮਸਲਾ ਹੱਲ ਕਰਨ ਵਾਸਤੇ ਪੁੱਛਿਆ, ਉਹ ਕਹਿੰਦੇ ਭਲਿਆ ਲੋਕਾ, ਉਹ ਪਰਮਾਤਮਾ ਤਾਂ ਤੇਰੇ ਅੰਦਰ ਬੈਠਾ ਹੈ। ਕਹਿੰਦੇ ਉਹਨਾਂ ਦਾ ਬਚਨ ਤੀਰ ਦੀ ਤਰ੍ਹਾਂ ਸਾਡੇ ਦਿਲ 'ਚ ਖੁੱਭ ਗਿਆ ਵੀ ਉਹ ਸਾਡੇ ਅੰਦਰ ਪਵਿੱਤਰ ਇਹ ਚੀਜ਼ ਅਸੀਂ ਉਸ ਨੂੰ ਮਿਲ ਨਾ ਸਕੇ, ਪਾ ਨਾ ਸਕੇ। ਜਦ ਉਹਨਾਂ ਦੇ ਕਹੇ ਮੁਤਾਬਕ ਅੰਦਰ ਗਏ, ਦਰਸ਼ਨ ਕੀਤੇ, ਰੂਹ ਆਤਮਾ ਉੱਥੇ ਲੋਟ-ਪੋਟ ਹੋ ਗਈ। ਆਕਲ ਬਿਕਲ ਪਈ ਗੁਰ ਦੇਖੇ, ਹਾਂ ਲੋਟ-ਪੋਟ ਹੋਏ ਪਈ ਹੈ। ਇਹੀ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਵੀ ਅਸੀਂ ਦਿਨੇ ਵੀ ਤੜਫੇ, ਰਾਤ ਨੂੰ ਵੀ ਤੜਫੇ, ਬੜੇ ਬੜੇ ਹੀ ਅਸੀਂ ਜਗ੍ਹਾ ਗਏ। ਕਹਿਣ ਲੱਗੇ ਹਰ ਜਗ੍ਹਾ ਬਤਾਈ। ਜਦੋਂ ਉਹਨਾਂ ਨੂੰ ਖੁਦ ਨਹੀਂ ਚੈਨ ਸੀ, ਜਿਨ੍ਹਾਂ ਦੇ ਪਾਸ ਗਏ ਸੀ, ਸਾਨੂੰ ਕੀ ਚੈਨ ਆਉਣੀ ਸੀਗੀ। ਜਨਮ ਬੀਤ ਗਿਆ, ਉਹ ਦਿਲ ਦੀ ਲੱਗੀ ਨੂੰ ਕੋਈ ਬੁਝਾਉਣ ਵਾਲਾ ਨਾ ਮਿਲਿਆ। ਰਹਿਣ ਦਿਵਸ ਬੇਚੈਨ, ਤਰਸ ਤੇ ਜਨਮ ਬਿਤਾਇਆ, ਕਰਤਾ ਰਹਾ ਪੁਕਾਰ, ਦਾਦ ਕੋ ਕਹੀਂ ਨਾ ਪਾਇਆ। ਭੀਖ ਭਿਖਾਰੀ ਜਗ
बड़े बड़े मठां च गए, बड़े बड़े जपियां तपियां कोले गए, योगियां कोले गए, कहन लगे जिथे गए माया दा पसारा। होर उत्थे कुछ सुनने नूं ना मिलिया, एक दूसरे की नुकताचीनी मिली। कहते सब ही बाहर मुखी कर्मकांड दे विच उलझे हुए है। बड़ी पुकार की कि सानू परमात्मा मिलाओ, सानू परमात्मा दे मिलण दा शौक है। मैं अपनी खोज के मुताबिक दसदा हुंदा है कि मैं अपनी जिंदगी दे विच काफ़ी समाजां च गया। मैं ये भी दसदा हुंदा है कि मैं कभी भी किसी की निंदिया नहीं की। जे किसी च कोई कमी नज़र आई चुप करके उथों उठे आए, मुड़ के नहीं गए, लेकिन खोज आपकी जारी रखी। भाई सारे गिदड़ रंगे नहीं हुंदे, किते कोई शेर भी हुंदा है। आखिर बाबा बिशन दास के पास पहुंचे। बाबा बिशन दास के पास बहुत सारे लोग बैठे सन। कोई कहता सी जी मैनू बीमारी का तवीज, कोई होर दसदा सीगा साडे ते आ झाड़ा फूकी करो। बाबा बिशन दास इस पखंड दे सख्त बरखलाफ हुंदे सन, वो सच्चाई पसंद सन। वो कहने लगे देखो, अगर तागे तवीत नाल धूनिया नाल कुछ हुंदा होवे तां तुसी गर्मी ना आउण दिया करो, सर्दी ना आउण दिया करो। अगर ये तुहाथों रुतां तब्दील नहीं हुंदियां, तुहाडी बीमारी किस तरह तवीत तागे दूर कर देणगे? लोकां दा धन किस तरह तुहाडे घर विच आएगा? मैं दसदा हुंदा है कि मैं एक दफ़ा अपनी भैन दे घर गया, ਉਹਦਾ ਚਾਟੀ ਦੇ ਨਾਲ ਤਵੀਤ ਬੱਧਾ ਹੋਇਆ। ਮੈਨੂੰ ਦੇਖ ਕੇ ਬੜੀ ਹੈਰਾਨੀ ਹੋਈ। ਮੈਂ ਪੁੱਛਿਆ ਕਿ ਇਹ ਤਵੀਤ ਬੱਧਾ ਹੈ। ਮੈਨੂੰ ਕਹਿਣ ਲੱਗੀ ਕਿ ਸਾਡਾ ਜਿਹੜਾ ਗਵਾਂਢੀ ਸੀ ਨਾ, ਉਹਨਾਂ ਨੇ ਤਵੀਤ ਘਰ ਵਿੱਚ ਪਾ ਦਿੱਤਾ। ਜਿਹੜਾ ਘਰ ਦਾ ਘਿਓ ਸੀ ਸਾਰਾ ਉਹਨਾਂ ਦੇ ਉੱਠ ਜਾਂਦਾ ਸੀਗਾ। ਮੈਂ ਕਿਹਾ ਮੈਂ ਤੜਕੇ ਉੱਠਿਆ ਸੀ, ਮੱਖਣ ਨਾ ਲੋਕਾਂ ਦਾ ਤੁਹਾਡੇ ਘਰ ਨੂੰ ਤੁਰਿਆ ਆਉਂਦਾ ਸੀਗਾ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਕੀ ਵਹਿਮ ਦੀ ਕੋਈ ਦਵਾਈ ਹੈ। ਲਕਮਾਨ 73 ਵੈਦ ਬੜੇ ਅੱਛੇ ਹੋਏ, ਮੁਰਦੇ ਨੂੰ ਜਿੰਦਾ ਕਰ ਸਕਦੇ ਸੀ। ਮੈਂ ਉਹਨਾਂ ਦੀਆਂ ਕਿਤਾਬਾਂ ਵੈਦਿਕ ਦੀਆਂ ਅੱਛੀ ਤਰ੍ਹਾਂ ਪੜ੍ਹੀਆਂ ਹਨ, ਖੋਜੀਆਂ ਹਨ। ਮੈਂ ਕਿਸੇ ਨੁਕਸੇ ਦੇ ਅੰਦਰ ਭਰਮ ਦੀ ਦਵਾਈ ਨਹੀਂ ਪੜ੍ਹੀ, ਵਹਿਮ ਦੀ ਦਵਾਈ ਨਹੀਂ ਪੜ੍ਹੀ। ਬਿਮਾਰੀਆਂ ਦੇ ਨੁਕਸੇ ਅੱਛੇ ਅੱਛੇ ਪੜ੍ਹੇ ਹੈ, ਮੈਂ ਖੁਦ ਕਰਦਾ ਰਿਹਾ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਕੀ ਲੋੜ ਹੈ ਕਿਸੇ ਨੂੰ ਵੰਡ ਵੜੇਵਾ ਪਾਉਣ ਦੀ, ਪੱਠੇ ਪਾਉਣ ਦੀ। ਤਵੀਤ ਕਰਾ ਲਿਆ, ਲੋਕਾਂ ਦਾ ਘਿਓ ਕਰੇ ਆ ਜਾ ਕਰੇਗਾ। ਮਹਾਤਮਾ ਪਿਆਰ ਨਾਲ ਕਹਿੰਦੇ ਆ ਕਿ ਇਸ ਦੇ ਵਿੱਚ ਤੁਹਾਡਾ ਕੀ ਫਾਇਦਾ ਹੈ, ਕੀ ਤੁਹਾਡਾ ਫਾਇਦਾ ਹੈ, ਕੀ ਹੈ ਅਗਿਆਨਤਾ ਹੈ। ਤਾਂ ਬਾਬਾ ਬਿਸ਼ਨ ਦਾਸ ਉਹਨਾਂ ਨੂੰ ਬੜੇ ਪਿਆਰ ਨਾਲ ਕਹਿਣ ਲੱਗੇ ਦੇਖੋ ਵੀ ਬੇਟਾ, ਇਹ ਤੁਹਾਡੀਆਂ ਬਿਮਾਰੀਆਂ ਤੁਹਾਡੇ ਪਿਛਲੇ ਕਰਮਾਂ ਦੀਆਂ ਹਨ। ਅੱਗੇ ਵਾਸਤੇ ਤਾਂ ਤੁਸੀਂ ਜਨਮ ਸੁਧਾਰੋ, ਅੱਛੀ ਸੋਭਤ ਦੇ ਵਿੱਚ ਜਾਓ, ਅੱਛੀ ਸੋਭਤ ਦੇ ਵਿੱਚ ਜਾਓਗੇ ਤੁਹਾਡਾ ਫਾਇਦਾ ਹੋਏਗਾ। ਚਲੋ ਤੁਹਾਡੇ ਨਾਲ ਜੋ ਹੋਈ ਹੈ, ਤੁਸੀਂ ਆਪ ਨੇਕ ਬਣੋ। ਜੇ ਤੁਸੀਂ ਆਪਦੀ ਔਲਾਦ ਦਾ ਸੁੱਖ ਮਾਨਣਾ ਚਾਹੁੰਦੇ ਹੋ, ਬੱਚਿਆਂ ਨੂੰ ਸੁੱਖ ਦੇਣਾ ਚਾਹੁੰਦੇ ਹੋ, ਅਸੀਂ ਇਹ ਸੋਚਦੇ ਹਾਂ ਕਿ ਸਾਡੀ ਔਲਾਦ ਨੇਕ ਬਣੇ, ਖੁਦ ਨਾ ਬਣੀਏ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸਾਡੇ ਸਤਿਗੁਰੂ ਬਾਬਾ ਸਾਵਣ ਸਿੰਘ ਜੀ ਮਹਾਰਾਜ ਬੜੀ ਪਿਆਰ ਭਰੀ ਕਹਾਣੀ ਦੱਸਦੇ ਹੁੰਦੇ ਸੀ। ਮੈਂ ਆਮ ਸਤਸੰਗ ਵਿੱਚ ਦੱਸਦਾ ਹੁੰਦਾ ਕਿ ਕਿਸੇ ਲੜਕੀ ਦਾ ਪਿਆਰ ਸੀ ਕਿਸੇ ਬਾਦਸ਼ਾਹ ਦੇ ਲੜਕੇ ਨਾਲ। ਉਹ ਲੜਕੀ ਵਾਲਿਆਂ ਤੋਂ ਰਿਸ਼ਤਾ ਮੰਗਿਆ, ਉਹਨਾਂ ਨੇ ਨਾ ਦਿੱਤਾ। ਲੜਕੀ ਕਹਿਣ ਲੱਗੀ ਕੋਈ ਬਾਤ ਨਹੀਂ, ਮੈਂ ਸ਼ਾਮ ਨੂੰ ਆਪਣੇ ਘਰੋਂ ਸਾਂਢ ਨਹੀਂ ਲੈ ਆਉਂਗੀ, ਆਪਾਂ ਚਲੇ ਜਾਵਾਂਗੇ। ਕਿਉਂਕਿ ਅੱਜ ਦੀ ਤਰ੍ਹਾਂ ਜੀਪਾਂ ਕਾਰਾਂ ਤਾਂ ਨਹੀਂ ਹੁੰਦੀਆਂ ਸਨ। ਥੋੜ੍ਹੀ ਜਿਹੀ ਰਾਤ ਪਈ, ਉਹ ਲੜਕੀ ਲਿਆਈ ਘਰੋਂ ਸਾਂਢਣੀ। ਦੋਨੇ ਜਣੇ ਬੈਠ ਕੇ ਜਾਣ ਲੱਗੇ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਨਾਲਾ ਪੈ ਰਿਹਾ ਸੀਗਾ। ਉਹ ਲੜਕੀ ਦੂਰੋਂ ਕਹਿਣ ਲੱਗੀ ਮੁਹਾਰੀ ਖਿੱਚ, ਕਿ ਇਹਨੂੰ ਆਦਤ ਪਾਣੀ 'ਚ ਬੈਠਣ ਦੀ ਹੈ। ਬੜੀ ਜਲਦੀ ਦੇ ਨੇ ਕਹਿਣ ਲੱਗੀ ਕਿ ਇਹਦੀ ਮਾਂ ਨੂੰ ਵੀ ਇਹ ਆਦਤ ਸੀ। ਕੋਈ ਵਕਤ ਹੁੰਦਾ ਹੈ ਕਿ ਪਤਾ ਨਹੀਂ ਕਿਸ ਲਫ਼ਜ਼ ਨੇ ਸਾਡੀ ਜ਼ਿੰਦਗੀ ਪਲਟ ਦੇਣੀ ਹੈ। ਇਸੇ ਵਾਸਤੇ ਸੰਤਾਂ ਨੇ ਸਤਸੰਗ ਤੇ ਜ਼ੋਰ ਦਿੱਤਾ ਹੁੰਦਾ ਹੈ। ਇੱਕ ਦਿਨ ਨਹੀਂ, ਦੂਜੇ ਦਿਨ ਸਹੀ ਦਿਲ 'ਚ ਖਿਆਲ ਆਇਆ ਕਿ ਵੇਖੋ ਵੀ ਪਸ਼ੂ ਪੰਛੀਆਂ ਦੇ ਉੱਤੇ ਵੀ ਇਹ ਅਸਰ ਹੈ ਕਿ ਜਿਹਦੀ ਮਾਂ ਪਸ਼ੂ ਦੀ ਚੰਗੀ ਹੈ ਉਹਦਾ ਬੱਚਾ ਚੰਗਾ ਹੋਏਗਾ।
ਅੱਜ ਇਸ ਲੜਕੀ ਨੇ ਕਰਮ ਕੀਤਾ ਹੈ, ਕੱਲ ਨੂੰ ਜਿਹੜਾ ਇਹਦੇ ਪੇਟੋਂ ਬੱਚਾ ਹੋਏਗਾ ਕੀ ਉਹ ਬਦਮਾਸ਼ ਨਹੀਂ ਹੋਏਗਾ? ਕਿ ਮੇਰੀ ਲੜਕੀ ਹੋਈ, ਉਹਨੇ ਐਸਾ ਕਰਮ ਕੀਤਾ ਕਿ ਮੇਰਾ ਨਾਮ ਬਦਨਾਮ ਨਹੀਂ ਹੋਏਗਾ? ਸਭ ਕੁਝ ਸੋਚ ਕੇ ਕਹਿਣ ਲੱਗਾ ਮੈਂ ਕੋਈ ਖਾਸ ਕੀਮਤੀ ਚੀਜ਼ ਘਰੇ ਭੁੱਲਿਆ ਹੈ, ਅਜੇ ਰਾਤ ਬੜੀ ਵੱਡੀ ਹੈ, ਆਪਾਂ ਵਾਪਸ ਆ ਜਾਾਂਗੇ ਲੈ ਕੇ। ਲੜਕੀ ਨੂੰ ਕੀ ਪਤਾ ਸੀਗਾ ਕਿ ਇਹਦਾ ਮਨ ਬਦਲ ਚੁੱਕਿਆ ਹੈ। ਘਰੇ ਆਏ, ਮਹੱਲ ਦੇ ਕੋਲੇ ਉਸ ਊਂਠਣੀ ਨੂੰ ਬਿਠਾਇਆ, ਹੱਥ ਜੋੜ ਦਿੱਤੇ, ਕਹਿਣ ਲੱਗਾ ਦੇਖ ਆਪਾਂ ਬਹੁਤ ਜ਼ਿੰਦਗੀ ਦੀ ਵੱਡੀ ਗਲਤੀ ਕਰਦੇ ਸੀਗੇ, ਤੂੰ ਵੀ ਆਪਦੇ ਘਰੇ ਆਰਾਮ ਦੀ ਜ਼ਿੰਦਗੀ ਬਤੀਤ ਕਰ, ਮੈਂ ਵੀ ਕਰਦਾ ਹਾਂ, ਇਸੇ ਵਿੱਚ ਹੀ ਆਪਣੀ ਬਿਹਤਰੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਜੈਸੇ ਬਾਪੇ ਵੈਸੇ ਬੱਚੇ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਬੜੀ ਪੁਕਾਰ ਕੀਤੀ, ਦਾਤ ਕੀਤੀ, ਕਹਿਣ ਲੱਗੇ ਜਿਤਨੇ ਵੀ ਭੇਖ ਹੈ ਸਭ ਮਾਇਆ ਦੇ ਕੈਦੀ ਹੈ ਜੀ। ਭੇਖ ਭਿਖਾਰੀ ਜਗਤ ਗੁਰੂ ਸਭ ਪਰਮੇ ਮਾਇਆ, ਸ਼ਬਦ ਬਿਨਾ ਖਾਲੀ ਫਿਰੇ ਸਭ ਦੁਖਾ ਖਾਇਆ। ਅਬ ਮਿਲ ਗਏ ਪੂਰੇ ਸਤਿਗੁਰੂ ਉਹਨੇ ਭੇਦ ਸੁਣਾਇਆ। ਮਹਾਰਾਜ ਸਾਵਣ ਸਿੰਘ ਦੱਸਦੇ ਹੁੰਦੇ ਸੀਗੇ ਆਪਦੇ ਬੰਸਾਵਲੀ ਗੁਰੂ ਵਾਸਤੇ। ਆਮ ਤੌਰ ਦੇ ਉੱਤੇ ਸ਼ਹਿਰਾਂ 'ਚ ਅੱਜ ਵੀ ਐਸਾ ਵੀ ਹੈ, ਕਿਸੇ ਕਿਸੇ ਪਿੰਡਾਂ 'ਚ ਵੀ ਅਜੇ ਚੱਲਦਾ ਹੈ। ਉਹ ਸਾਲ ਜਾਂ 6 ਮਹੀਨਿਆਂ ਤੋਂ ਗੇੜਾ ਮਾਰਦੇ ਆ ਘਰੇ, ਘਰਾਂ ਵਾਲੇ ਉਹਨਾਂ ਨੂੰ ਕੁਛ ਨਾ ਕੁਛ ਚੜਾਵਾ ਚਾੜਦੇ ਹੈ। ਬਸ ਠੋਕੀਆਂ ਸੀਸਾਂ ਹੁੰਦੀਆਂ ਹੈ, ਇਹਦੋਂ ਵੱਧ ਹੋਰ ਕੁਛ ਨਹੀਂ ਹੁੰਦਾਗਾ। ਤੋ ਬਾਬਾ ਸਾਵਣ ਸਿੰਘ ਆਪਦੇ ਬੰਸਾਵਲੀ ਗੁਰੂ ਵਾਸਤੇ ਦੱਸਦੇ ਹੁੰਦੇ ਸੀਗੇ ਕਿ ਜਿੱਦੇ ਮੈਨੂੰ ਨਾਮ ਮਿਲ ਗਿਆ, ਬਾਬਾ ਜੈਮਲ ਸਿੰਘ ਮਿਲ ਗਿਆ, ਮੈਂ ਘਰੇ ਆਇਆ। ਅੱਗੇ ਉਹਨੂੰ 1 ਰੁਪਈਆ ਦਿੰਦੇ ਹੁੰਦੇ ਸੀ ਜਦੋਂ ਆਉਂਦਾ ਹੁੰਦਾ ਸੀ, ਕਿਉਂਕਿ ਉਹ ਜ਼ਮਾਨੇ 'ਚ ਰੁਪਇਆ ਬਹੁਤ ਵੱਡੀ ਚੀਜ਼ ਸੀ। ਉਹ ਕਹਿਣ ਲੱਗੇ ਮੈਂ 10 ਰੁਪਏ ਦਿੱਤੇ ਵੀ ਲੈ ਬਾਬਾ, ਅੱਗੇ ਵਾਸਤੇ ਅਸੀਂ ਤੈਥੋਂ ਛੁੱਟੇ, ਹੁਣ ਤੂੰ ਸਾਥੋਂ ਛੁੱਟ। ਸਾਨੂੰ ਪੂਰੇ ਗੁਰੂ ਮਿਲ ਗਏ ਹੈ, ਸਾਨੂੰ ਅੰਦਰ ਜਾਣ ਦਾ ਸ਼ਬਦ ਮਿਲ ਗਿਆ ਹੈ, ਹੁਣ ਨਾ ਤੂੰ ਸਾਡੇ ਆ ਨਾ ਅਸੀਂ ਤੇਰੇ ਕੋਲੇ ਆਈਏ, ਕਿਉਂਕਿ ਤੂੰ ਨਾਮ ਸ਼ਬਦ ਦਾ ਭੇਦ ਨਹੀਂ ਦੇ ਸਕਦਾ, ਨਾ ਤੇਰੇ ਕੋਲ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ ਉਹਨਾਂ 'ਚ ਕੀ ਘਾਟ ਹੈ ਜਗਤ ਗੁਰੂਆਂ ਦੇ ਵਿੱਚ, ਕਿ ਉਹਨਾਂ ਕੋਲ ਸ਼ਬਦ ਨਾਮ ਦਾ ਪ੍ਰਚਾਰ ਨਹੀਂ। ਦੇਖਾ ਦੇਖੀ ਦੁਨੀਆ ਜਾਂਦੀ ਹੈ, ਇਕੱਠ ਹੁੰਦਾ ਹੈ, ਮਾਇਆ ਚੜ੍ਹਦੀ ਹੈ, ਸੋਨੇ ਦੇ ਮੰਦਰ ਹੈ, ਸਭ ਕੁਝ ਹੀ ਹੈ, ਲੇਕਿਨ ਸਵਾਮੀ ਜੀ ਮਹਾਰਾਜ ਕਹਿੰਦੇ ਆ ਕੀ ਹੈ ਕਿ ਉਹਨਾਂ ਕੋਲ ਸ਼ਬਦ ਨਹੀਂ, ਨਾਮ ਨਹੀਂ। ਸਾਡੇ ਉੱਚੇ ਭਾਗ ਸੀ, ਕਹਿੰਦੇ ਪੂਰਾ ਸਤਿਗੁਰੂ ਮਿਲ ਗਿਆ, ਉਹਨਾਂ ਨੇ ਅੰਦਰ ਜਾਣ ਦਾ ਸਾਨੂੰ ਭੇਦ ਬਤਾ ਦਿੱਤਾ ਜੀ। ਅਬ ਮਿਲ ਗਏ ਪੂਰੇ ਸਤਿਗੁਰੂ ਉਹਨੇ ਭੇਦ ਸੁਣਾਇਆ, ਸੁਰਤ ਸਾਰ ਲਖਵਾਏ ਕੇ ਫਿਰ ਗਗਨ ਚੜਾਇਆ। गगन मंडल में पहुँचे कर अनहद बजवाया। ਸੰਤ ਮਹਾਤਮਾ ਸਾਨੂੰ ਕਰਮ ਕਾਂਡ ਵਿੱਚ ਨਹੀਂ ਪਸਾਉਂਦੇ, ਰੀਤੀ ਰਿਵਾਜ ਵਿੱਚ ਨਹੀਂ ਪਸਾਉਂਦੇਗੇ, ਬਲਕਿ ਉੱਪਰ ਜਾਣ ਦਾ ਸਾਧਨ ਤਰੀਕਾ ਦੱਸਦੇ ਹੈ। ਸਿਰਫ ਤਰੀਕਾ ਹੀ ਨਹੀਂ ਦੱਸਦੇ, ਬਲਕਿ ਉਹ ਨਾਲ ਹੋ ਕੇ ਮਦਦ ਕਰਦੇ ਹੈ। ਜਦ ਅਸੀਂ ਦੇਹ ਰੂਪ ਵਿੱਚ ਬੈਠੇ हैं, ਸੰਤ ਸਤਿਗੁਰੂ ਵੀ ਉਹ ਪਰਮਾਤਮਾ ਦੇ ਹੁਕਮ ਨਾਲ ਦੇਹ ਧਾਰ ਕੇ ਆਉਂਦੇ ਹੈ। ਜਦ ਅਸੀਂ ਉਹਨਾਂ ਦੇ ਦੱਸੀ ਹੋਈ ਜੁਗਤੀ ਸਿਮਰਨ ਕਰਕੇ ਅੱਖਾਂ ਦੇ ਪਿੱਛੇ ਆਉਂਦੇ हैं, ਸੰਦਲ ਕਮਲ ਤੇ ਪਹੁੰਚਦੇ हैं, ਉਹ ਵੀ ਸ਼ਬਦ ਰੂਪ ਹੁੰਦੇ ਹੈ, ਸ਼ਬਦ ਰੂਪ ਨਜ਼ਰ ਵਿੱਚ ਆਉਂਦੇ ਹੈ, ਪ੍ਰਗਟ ਹੋ ਜਾਂਦੇ ਹੈ। ਇਸ ਵਾਸਤੇ ਆਪ ਕਹਿੰਦੇ ਹੈ ਕਿ ਜਦ ਅਸੀਂ ਉਸ ਮੰਜ਼ਿਲ ਨੂੰ ਵੀ ਤੈਅ ਕਰਦੇ ਹਾਂ, ਸੂਰਜ ਚੰਦਰਮਾ ਸਿਤਾਰਿਆਂ ਤੋਂ ਉੱਪਰ ਵੀ ਚਲੇ ਜਾਂਦੇ हैं,
ਇੱਥੇ ਅਸਤੂਲ ਦੇਸ਼ ਦੇ ਵਿੱਚ ਅਸਤੂਲ ਮਾਇਆ ਹੈ, ਬ੍ਰਹਮ ਗੁਪਤ ਹੈ। ਸੰਤਲ ਕਮਲ ਦੇ ਵਿੱਚ ਮਾਇਆ ਬ੍ਰਹਮ ਬਰਾਬਰ ਬਰਾਬਰ ਹਨ, ਬਲਕਿ ਮਾਇਆ ਦਾ ਫਿਰ ਵੀ ਉੱਥੇ ਜ਼ੋਰ ਹੈ। ਜਦ ਅਸੀਂ ਉੱਪਰੋਂ ਜੋ ਘੰਟੇ ਦੀ ਆਵਾਜ਼ ਆ ਰਹੀ ਹੈ, ਸਤਿਗੁਰੂ ਉਸ ਨੂੰ ਪਕੜਾਉਂਦਾ ਹੈ, ਉੱਪਰ ਚੱਲ। ਅਸੀਂ ਬ੍ਰਹਮ ਦੇ ਦੇਸ਼ ਵਿੱਚ ਜਾਂਦੇ ਹਾਂ ਔਰ ਸਤਿਗੁਰੂ ਉੱਥੇ ਸ਼ਬਦ ਰੂਪ ਹੈ। ਉੱਥੇ ਮਾਇਆ ਜਿਹੜੀ ਹੈ ਵਰਾਏ ਨਾਮ ਹੁੰਦੀ ਹੈ ਔਰ ਬ੍ਰਹਮ ਜਿਹੜਾ ਹੈ ਪਹਿਲੀ ਮੰਜ਼ਿਲ ਨਾਲ ਉਹ ਪ੍ਰਗਟ ਹੁੰਦਾ ਹੈ। ਜਦ ਉਹਨਾਂ ਦੀ ਦਇਆ ਨਾਲ ਉੱਪਰਲੇ ਸ਼ਬਦ ਨੂੰ ਪਕੜ ਕੇ ਫਿਰ ਅਸੀਂ ਪਾਰ ਬ੍ਰਹਮ ਦੇ ਵਿੱਚ ਜਾਂਦੇ ਹਾਂ, ਉੱਥੇ ਪਿਓਰ ਸ਼ਬਦ ਹੈ ਔਰ ਗੁਰੂ ਪਿਓਰ ਸ਼ਬਦ ਰੂਪ ਧਾਰਦਾ ਹੈ ਔਰ ਸਾਡੀ ਸੁਰਤ ਜਿਹੜੀ ਹੈ ਇਹ ਵੀ ਉਸੇ ਦੀ ਛਿਛ ਬਣਦੀ ਹੈ। ਇਸ ਵਾਸਤੇ ਆਪ ਕਹਿਣ ਲੱਗੇ ਇਹ ਸਤਿਗੁਰੂ ਦਾ ਕੰਮ ਹੈ ਕਿ ਦੱਸਦਾ ਹੈ ਕਿ ਕਿਸ ਤਰ੍ਹਾਂ ਸੁਰਤ ਨੂੰ ਇਕੱਠੀ ਕਰਨਾ ਹੈ, ਸਿਮਰਨ ਦੇ ਜ਼ਰੀਏ ਕਿਸ ਤਰ੍ਹਾਂ ਅੱਖਾਂ ਦੇ ਪਿੱਛੇ ਲਿਆ ਕੇ ਸੁਰਤ ਨੂੰ ਘਲਿਆਰਨਾ ਹੈ, ਕਿਸ ਤਰ੍ਹਾਂ ਸੂਰਜ ਚੰਦਰਮਾ ਨੂੰ ਅਸੀਂ ਪਾਰ ਕਰਕੇ ਗੁਰੂ ਸਰੂਪ ਤੱਕ ਪਹੁੰਚਣਾ ਹੈ, ਕਿਸ ਤਰ੍ਹਾਂ ਅੰਦਰ ਜਾ ਕੇ ਆਤਮਾ ਸੱਚੀ ਸੇਵਕਾ ਬਣਦੀ ਹੈ। ਸੱਚਾ ਸ਼ਿਸ਼ ਕਹਿ ਲਓ ਉਸ ਨੂੰ ਔਰ ਆਤਮਾ ਨੂੰ ਸੱਚੀ ਸੇਵਕਾ ਕਹਿ ਲਓ ਤੁਸੀਂ। ਇਸੇ ਨੂੰ ਗੁਰੂ ਨਾਨਕ ਨੇ ਕਿਹਾ ਸੀਗਾ। ਜੋਗੀਆਂ ਨੇ ਪੁੱਛਿਆ ਤੇਰਾ ਕੌਣ ਗੁਰੂ ਹੈ, ਤੂੰ ਕਿਹਦਾ ਚੇਲਾ ਹੈ? ਉਹ ਕਹਿਣ ਲੱਗੇ ਸ਼ਬਦ ਸਾਡਾ ਗੁਰੂ ਹੈ, ਆਤਮਾ ਸਾਡੀ ਸ਼ਿਸ਼ ਹੈ, ਸੇਵਕਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਵਾਸਤੇ ਆਪ ਕਹਿਣ ਲੱਗੇ ਕਿ ਇਹ ਸਤਿਗੁਰੂ ਦੀ ਦਇਆ ਸੀ, ਮਿਹਰ ਸੀ। ਮੰਜ਼ਿਲ ਦਰ ਮੰਜ਼ਿਲ ਉਹ ਸਾਨੂੰ ਅੰਦਰ ਲੈ ਜਾਂਦਾ ਹੈ। ਉਹ ਬਾਹਰਲੇ ਰੀਤੀ ਰਿਵਾਜ ਦੇ ਵਿੱਚ ਨਹੀਂ ਫਸਾਉਂਦਾਗਾ ਔਰ ਨਾ ਸਾਡੇ ਤੋਂ ਆਸਾਨ ਹੀ ਕਰਦਾ ਹੈ। ਇਸੇ ਵਾਸਤੇ ਜਿੰਨਾ ਚਿਰ ਸੰਤ ਦੇਹ ਵਿੱਚ ਬੈਠੇ ਹੈ ਉਹ ਕਦੇ ਵੀ ਕਿਸੇ ਨੂੰ ਨਹੀਂ ਕਹਿੰਦੇਗੇ ਕਿ ਤੁਸੀਂ ਸਾਨੂੰ ਗੁਰੂ ਕਹੋ ਜਾਂ ਸਾਨੂੰ ਪੀਰ ਕਹੋ ਜਾਂ ਮਹਾਤਮਾ ਕਹੋ। ਉਹ ਕਹਿਣ ਲੱਗੇ ਨਹੀਂ, ਸਾਨੂੰ ਵੱਡਾ ਭਰਾ ਸਮਝ ਲਓ, ਦੋਸਤ ਸਮਝ ਲਓ, ਬਜ਼ੁਰਗ ਕਹਿ ਲਓ, ਲੇਕਿਨ ਅੰਦਰ ਜਾ ਕੇ ਦੇਖੋ ਸਭ ਤੋਂ ਪਹਿਲਾਂ ਕਿ ਸੱਚਾਈ ਕੀ ਹੈ ਜੀ। ਗगन मंडल में पहुँच कर अनहद बजवाया, जपी तपी मोनी बकी, जप जोग चलाया। ये मार्ग कोई ना कहे, दुर्लभ दरसाया। ਕਹਿਣ ਲੱਗੇ ਬਾਹਰ ਗਏ, ਜਪੀ ਤਪੀ ਮੋਨੀ ਮਿਲੇ, ਲੇਕਿਨ ਜਿਹੜਾ ਸੁਰ ਸ਼ਬਦ ਦਾ ਅਭਿਆਸ ਸੀਗਾ, ਜੋ ਮੁਕਤੀ ਦਾ ਸਾਧਨ ਸੀ, ਦੁਰਲਭ ਸੀ, ਜਿਹਦੀ ਕੋਈ ਕੀਮਤ ਹੀ ਨਹੀਂ। ਕਹਿਣ ਲੱਗੇ ਇਹ ਕਿਸੇ ਨੇ ਦੱਸਿਆ ਨਹੀਂ। ਸਾਨੂੰ ਪਤਾ ਹੀ ਹੈ ਕਿ ਜਪ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਆਪਾਂ ਵਾਰ-ਵਾਰ ਯਾਦ ਕਰੀਏ। ਕਿਸੇ ਸ਼ਬਦ ਨੂੰ ਬਹੁਤ ਸਾਰੇ ਲੋਕ ਇਸ ਨੂੰ ਜਪਦੇ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ 8-8 ਘੰਟੇ ਜਪਿਆ ਹੈ। ਕਿਸੇ ਨੇ ਇਹ ਵੀ ਪਿਆਰ ਨਾਲ ਦੱਸਿਆ ਕਿ ਇਹਨੂੰ ਜਿਵੇਂ ਜਪਦੇ ਜਾਈਏ ਉਹਨੇ ਜਪ ਲਿਖਦੇ ਜਾਈਏ, ਫਿਰ ਉਹ ਆਟੇ ਦੇ ਵਿੱਚ ਲਾ ਕੇ ਮੱਛੀਆਂ ਨੂੰ ਪਾਓ, ਉਹ ਆਟਾ ਮੱਛੀਆਂ ਖਾਣਗੀਆਂ, ਤੁਹਾਨੂੰ ਸੀਸ ਦੇਣਗੀਆਂ। ਇਹ ਸਾਰਾ ਕੁਝ ਜਿਨ੍ਹਾਂ ਦੇ ਦਿਲ ਅੰਦਰ ਤੜਫ ਹੁੰਦੀ ਹੈ ਉਹਨਾਂ ਨੂੰ ਇਹ ਕਰਨਾ ਕੋਈ ਮੁਸ਼ਕਿਲ ਨਹੀਂ ਹੁੰਦਾਗਾ। ਇਸ ਵਾਸਤੇ ਆਪ ਕਹਿਣ ਲੱਗੇ ਕਿ ਇਹੋ ਜਿਹੇ ਸਾਧਨ ਤਾਂ ਸਾਨੂੰ ਦੱਸਦੇ ਹੈ। ਮੋਨੀ ਕਿਹਨੂੰ ਕਹਿੰਦੇ ਹੈ? ਜਿਹੜਾ ਜਵਾਨ ਨਾ ਬੋਲੇ, ਲਿਖ ਕੇ ਮੰਗ ਲਵੇ। ਜ਼ਿੰਦਗੀ 'ਚ ਕਈਆਂ ਮੋਨੀਆਂ ਨੂੰ ਮਿਲੇ हैं ਔਰ ਦੇਖਿਆ ਹੈ ਉਹਨਾਂ ਦੇ ਅੰਦਰ ਈਰਖਾ ਵੀ, ਕਾਮ ਕ੍ਰੋਧ ਦੀ ਅੱਗ ਵੀ ਭੜਕਦੀ ਦੇਖੀ ਹੈ। ਕਈਆਂ ਨਾਲ ਵਾਸਤਾ ਵੀ ਪਿਆ ਹੈ। ਦੁਨੀਆ ਦੇ ਪਦਾਰਥਾਂ ਵਾਸਤੇ ਉਹਨਾਂ ਦਾ ਹਿਰਦਾ ਦੂਜਿਆਂ ਨਾਲੋਂ ਵੱਧ ਕਲਪਨਾ ਕਰਦਾ ਹੈ। ਤੁਸੀਂ ਸੋਚ ਕੇ ਦੇਖ ਸਕਦੇ ਹੋ। ਇੱਕ ਮੋਨੀ ਦੇ 2 ਸੇਵਕ ਇੱਥੇ ਸਤਸੰਗ 'ਚ ਵੀ ਹੈ। ਉਹ ਚਲੇ ਗਏ। ਮੇਰੇ ਕੋਲ ਕਈ ਦਫਾ ਤਾਰੀਫ ਕੀਤੀ ਸੀ। ਮੈਂ ਵੀ ਪੰਜਾਬ ਉਹਦੇ ਕੋਲ ਗਿਆ। ਉਹ ਉਸ ਨੂੰ ਸਤਸੰਗ ਦੇ ਵਿੱਚ ਸੱਦਣ ਵਾਸਤੇ ਗਏ ਕਿ ਬਾਬਾ ਆਓ। ਬਾਬਾ ਨਾਰਾਜ਼ ਹੋ ਗਿਆ। ਮੈਨੂੰ ਮੌਕਾ ਮਿਲਿਆ, ਦਰਸ਼ਨ ਕੀਤੇ। ਜਦ ਉਹਨੂੰ 5 ਦਾ ਨੋਟ ਦਿਖਾਇਆ, ਉਹਨਾਂ ਦਿਨਾਂ 'ਚ 5 ਰੁਪਏ ਕਾਫੀ ਹੁੰਦੇ ਸੀਗੇ। ਬਾਬਾ ਬੜਾ ਖੁਸ਼ ਹੋਇਆ। ਵੱਧ ਤੋਂ ਵੱਧ ਖੁਸ਼ੀ ਦੀ ਉਹਦੀ ਹੱਦ ਨਾ ਰਹੀ।
ਕਹਿਣ ਲੱਗਿਆ ਜੀ, ਲਿਖ ਕੇ ਉਹਨੇ ਦੱਸਿਆ ਕਿ ਮੈਂ ਤਾਂ ਮਾਇਆ ਤਿਆਗੀ ਹੋਈ ਹੈ, ਔਰ ਥੱਲਿਓ ਪੜਦਾ ਬੋਰੀ ਦਾ ਚੁੱਕ ਦਿੱਤਾ ਵੀ ਇੱਥੇ ਰੱਖ ਦਿਓ। ਹੁਣ ਤੁਸੀਂ ਸੋਚ ਕੇ ਦੇਖਦੇ ਹੋ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਬਈ ਜੇ ਜਵਾਨ ਨਾ ਮੰਗਿਆ, ਲਿਖ ਕੇ ਮੰਗ ਲਿਆ, ਬਿਮਾਰੀ ਤਾਂ ਉਹੀ ਹੋਈ। ਗੁਰੂ ਨਾਨਕ ਕਹਿੰਦੇ ਆ, ਮੋਨੀ ਹੋਏ ਬੈਠਾ ਅਦੂਤੀ ਹਿਰਦੇ ਕਲਪਨ ਗਾਠਾ। ਜੇ ਜਵਾਨ ਨਾ ਬੋਲੇ ਕੀ ਹੋ ਗਿਆ? ਜੋ ਹਿਰਦਾ ਤਾਂ ਦੁਨੀਆ ਦੇ ਪਦਾਰਥਾਂ ਵਾਸਤੇ ਤੜਫ ਰਿਹਾ ਹੈ। ਕਬੀਰ ਸਾਹਿਬ ਕਹਿੰਦੇ ਆ, ਅਗਰ ਮੋਨੀ ਹੋਣ ਨਾ ਪਰਮਾਤਮਾ ਮਿਲਦਾ, ਜਿਹੜੇ ਗੂੰਗੇ ਬੋਲਦੇ ਹੀ ਨਹੀਂ ਉਹਨਾਂ ਨੂੰ ਮਿਲ ਜਾਣਾ ਚਾਹੀਦਾ ਸੀਗਾ, ਪਸ਼ੂਆਂ ਨੂੰ ਮਿਲ ਜਾਣਾ ਚਾਹੀਦਾ ਸੀ। ਉਹ ਵਿਚਾਰੇ ਕਦੋਂ ਗੁਫ਼ਤਗੂ ਕਰਦੇ ਹੈ? ਨਹੀਂ, ਪਰਮਾਤਮਾ ਦਾ ਜੋ ਰਸਤਾ ਹੈ ਉਹ ਪੂਰੇ ਸੰਤਾਂ ਨੂੰ ਹੀ ਪਤਾ ਹੈ। ਸੰਤ ਮਹਾਤਮਾ ਕੋਈ ਆਪਣਾ ਰਸਤਾ ਨਹੀਂ ਚਲਾਉਂਦੇ, ਨਾ ਗੁਰੂ ਨਾਨਕ ਨੇ ਚਲਾਇਆ, ਨਾ ਕਬੀਰ ਨੇ ਚਲਾਇਆ, ਨਾ ਕਿਸੇ ਹੋਰ ਨੇ ਉਹ ਰਸਤਾ ਚਲਾਇਆ। ਉਹ ਉਤਨਾ ਹੀ ਪੁਰਾਣਾ ਹੈ ਜਿੰਨਾ ਕਿ ਇਨਸਾਨ ਪੁਰਾਣਾ ਹੈ। ਜਿਸ ਤਰ੍ਹਾਂ ਪ੍ਰਮਾਤਮਾ ਸਾਡੇ ਹੱਥ, ਕੰਨ, ਨੱਕ ਸਭ ਕੁਝ ਬਣਾਉਂਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਆਪ ਦੇ ਮਿਲਣ ਦਾ ਰਸਤਾ ਵੀ ਉਹ ਖੁਦ ਹੀ ਬਣਾਉਂਦਾ ਹੈ। ਉਹਨੂੰ ਅਸੀਂ ਘਟਾ ਨਹੀਂ ਸਕਦੇ, ਵਧਾ ਨਹੀਂ ਸਕਦੇ, ਤਬਦੀਲ ਨਹੀਂ ਕਰ ਸਕਦੇਗੇ। ਮਹਾਤਮਾ ਉਸ ਰਸਤੇ ਤੇ ਪਾਉਂਦੇ ਹੈ। ਇਹ ਸਨਾਤਨ ਤੋਂ ਸਨਾਤਨ ਹੈ, ਪੁਰਾਣੇ ਤੋਂ ਪੁਰਾਣਾ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ, ਇਹ ਮਾਰਗ ਜੋ ਦੁਰਲੱਭ ਸੀ, ਪ੍ਰਮਾਤਮਾ ਦੇ ਮਿਲਣ ਦਾ ਸੀ, ਜਿੰਨਿਆਂ ਕੋਲੇ ਗਏ ਕਿਸੇ ਨੇ ਨਹੀਂ ਬਤਾਇਆ। ਇਹ ਸਿਰਫ ਸਾਡੇ ਗੁਰੂਆਂ ਨੇ ਸਾਨੂੰ ਬਤਾਇਆ ਹੈ ਜੀ। ਇਹ ਮਾਰਗ ਕੋਈ ਨਾ ਕਹੇ, ਦੁਰਲਭ ਦਰਸਾਇਆ, ਧੰਨ ਸੰਤ ਔਰ ਸਤਿਗੁਰੂ, ਜਿਨ ਸਾਰੇ ਬੁਝਾਇਆ, ਮਨ ਮਤ ਜਗ में फैलिया, गुरमत नहीं आया। स्वामी जी महाराज कहते, ਅਸੀਂ ਆਪਦੇ ਸਤਿਗੁਰੂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਨਾ ਕੌਮ ਛਡਾਈ, ਨਾ ਮਜ਼ਹਬ ਛਡਾਈ, ਨਾ ਸਾਡੇ ਤੋਂ ਕੋਈ ਉਹਨਾਂ ਨੇ ਇਹਦਾ ਅਵਜਾਨਾ ਹੀ ਮੰਗਿਆ। ਮੁਫਤ ਦੇ ਵਿੱਚ ਹੀ ਕਹਿਣ ਲੱਗੇ, ਸਾਨੂੰ ਆਪ ਦਾ ਭੇਦ ਦਿੱਤਾ, ਸਾਡੀ ਮਦਦ ਕੀਤੀ। ਇਨਸਾਨੀ ਜਾਮੇ ਵਿੱਚ ਆਉਣ ਦਾ ਸਾਡਾ ਜੋ ਮਕਸਦ ਸੀ ਉਹ ਪੂਰਾ ਹੋਇਆ। ਇਸ ਵਾਸਤੇ ਆਪ ਕਹਿੰਦੇ ਹੈ ਕਿ ਸੰਤ ਮਹਾਤਮਾ ਕਿ ਅਸੀਂ ਉਹਨਾਂ ਦਾ ਕੀ ਧੰਨਵਾਦ ਕਰੀਏ। ਗੁਰੂ ਨਾਨਕ ਵੀ ਕਹਿੰਦੇ ਹੈ, ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੋਂ ਦੇਵਤੇ ਕੀਤੇ ਕਰਤ ਨ ਲੱਗੀ ਵਾਰ। ਕਹਿੰਦੇ ਅਸੀਂ ਉਹਨੂੰ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਉਹ ਸਾਡੀ ਰਾਖਸ਼ ਬੁੱਧੀ ਤੋਂ ਦੇਵਤਾ ਬੁੱਧੀ ਕਰ ਦਿੱਤੀ। ਇਸ ਵਾਸਤੇ ਕਹਿੰਦੇ ਅਸੀਂ ਉਹਦਾ ਕੀ ਧੰਨਵਾਦ ਕਰੀਏ, ਜਿਹਨੇ ਸਾਥੋਂ ਕੁਝ ਵੀ ਨਾ ਮੰਗਿਆ, ਕੌਮ ਨਾ ਛਡਾਈ, ਬਾਲ ਬੱਚੇ ਨਾ ਛਡਾਏ, ਪੁੱਤਰ ਧੀਆਂ ਨਾ ਛਡਾਏ ਜੀ। ਮਨ ਮਤ ਜਗ में फैलिया, गुरमत नहीं आया, सुरतवंत बिरले कोई, जिन शब्द कमाया, राधा स्वामी भेद दे, सर जीव चेताया। ਹੁਣ ਕਹਿੰਦੇ ਫਿਰ ਅੱਗੇ ਭਾਗਾਂ ਦੀ ਬਾਤ ਹੈ। ਅੱਛੇ ਕਰਮ ਹੋਣ ਤਾਂ ਅਸੀਂ ਸਤਸੰਗ ਚਾਹੀਏ, ਅੱਛੇ ਭਾਗ ਹੋਣ ਤੇ ਸਾਨੂੰ ਆਪਣੀ ਕਮੀਆਂ ਦਾ ਪਤਾ ਲੱਗੇ, ਸਤਸੰਗ ਤੇ ਅਮਲ ਕਰੀਏ। ਉਦੋਂ ਉੱਚੇ ਭਾਗ ਹੋਣ, ਸਾਨੂੰ ਨਾਮ ਮਿਲੇ, ਫਿਰ ਵੀ ਸਾਡੇ ਭਾਗਾਂ ਦੀ ਗੱਲ ਹੈ, ਅਸੀਂ ਉਸ ਦੀ ਕਮਾਈ ਕਰਨ ਲੱਗ ਜਾਈਏ। ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ, ਕੋਈ ਅੱਛੇ ਭਾਗ ਵਾਲਾ ਸੁਰਤ ਬੰਦੀ ਫਿਰ ਉਸ ਨਾਮ ਦੀ ਕਮਾਈ ਕਰਦਾ ਹੈ, ਆਪਦੇ ਜੀਵਨ ਨੂੰ ਸਫਲ ਬਣਾਉਂਦਾ ਹੈ। ਕਹਿਣ ਲੱਗੇ ਵਿਰਲੇ ਵਿਰਲੇ ਜੀਵ ਹੈ। ਸੋ ਸਾਨੂੰ ਵੀ ਚਾਹੀਦਾ ਹੈ, ਸਵਾਮੀ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਨਸਾਨੀ ਜਾਮਾ ਉੱਤਮ ਹੈ। ਇਹਦੇ ਵਿੱਚ ਬੈਠ ਕੇ ਕਿਉਂ ਅਸੀਂ ਸ਼ਬਦ ਨਾਮ ਦੀ ਕਮਾਈ ਕਰਨੀ ਹੈ, ਕਿਉਂਕਿ ਪਰਮਾਤਮਾ ਨੇ ਸਾਨੂੰ ਆਪਦੀ ਭਗਤੀ ਦਾ ਮੌਕਾ ਦਿੱਤਾ ਹੈ। ਅਗਰ ਇਹ ਜਾਮਾ ਸਾਡੇ ਹੱਥ ਵਿੱਚੋਂ ਨਿਕਲ ਜਾਂਦਾ ਹੈ, ਫਿਰ ਜਿਸ ਤਰ੍ਹਾਂ ਪਸ਼ੂ ਪੰਛੀ ਅੱਜ ਤੜਫਦੇ ਹੈ, ਤਰਸਦੇ ਹੈ ਇਨਸਾਨੀ ਜਾਮੇ ਨੂੰ, ਇਹੀ ਹਾਲਤ ਸਾਡੀ ਹੋਣੀ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਕਿ ਜੇ ਇਨਸਾਨੀ ਜਾਮੇ 'ਚ ਵੀ ਆਵਾਂਗੇ, ਕਈ ਐਸੀਆਂ ਕੌਮਾਂ ਹੈ, ਐਸੇ ਮਜ਼ਹਬ ਹੈ, ਐਸੇ ਮੁਲਕ ਹੈ ਜਿੱਥੇ ਕਿ ਲੋਕ ਪਰਮਾਤਮਾ ਦੀ ਭਗਤੀ
ਦੀ ਤਰਫ ਆ ਹੀ ਨਹੀਂ ਸਕਦੇ, ਕਿਉਂਕਿ ਮਨਮਤ ਦੁਨੀਆ 'ਚ ਇੰਨਾ ਫੈਲ ਚੁੱਕਿਆ ਹੈ। ਕਹਿੰਦੇ ਖਾਓ ਪੀਓ ਮੌਜ ਉਡਾਓ ਤੇ ਨਰਕ ਨੂੰ ਜਾਓ। ਤੇ ਤੋਂ ਵੱਧ ਕੋਈ ਸਾਨੂੰ ਦੱਸਣ ਵਾਸਤੇ ਤਿਆਰ ਹੀ ਨਹੀਂਗਾ, ਕਿਉਂਕਿ ਪਤਾ ਹੀ ਕਿਸੇ ਨੂੰ ਨਹੀਂ ਗਾ। ਇਸ ਵਾਸਤੇ ਆਪ ਕਹਿਣ ਲੱਗੇ ਮਨਮਤ ਫੈਲਿਆ ਹੈ। ਗੁਰੂ ਮਤ ਦੇ ਉੱਤੇ ਚੱਲਣ ਵਾਸਤੇ ਸਾਡਾ ਜਿਹੜਾ ਮਨੁਆ ਹੈ ਉਹ ਮੰਨਦਾ ਹੀ ਨਹੀਂ। ਕਿਉਂ ਨਹੀਂ ਮੰਨਦਾਗਾ? ਕਿ ਮਨਮਤ ਦੇ ਵਿੱਚ ਮਨ ਨੂੰ ਖੁੱਲ੍ਹਾ ਰਹਿਣਾ ਪੈਂਦਾ ਹੈ। ਮਨਮਤ ਇਹ ਕਹਿੰਦੀ ਹੈ ਕਿ ਤੁਹਾਤੋਂ ਕਿਸੇ ਨੇ ਪੁੱਛਣਾ ਹੀ ਨਹੀਂ, ਜੋ ਮਰਜ਼ੀ ਹੈ ਤੁਸੀਂ ਕਰੀ ਜਾਓ। ਗੁਰਮਤਿ ਇਹ ਕਹਿੰਦੀ ਹੈ ਕਿ ਤੁਹਾਨੂੰ ਸਾਹ ਸਾਹ ਦਾ ਲੇਖਾ ਦੇਣਾ ਪਏਗਾ, ਤੁਸੀਂ ਸੋਚ ਕੇ ਕਦਮ ਪੁੱਟੋ। ਗੁਰੂ ਨਾਨਕ ਕਹਿੰਦਾ ਹੈ ਜਿਨੀ ਐਸਾ ਹਰ ਨਾਮ ਨਾ ਚੇਤਿਆ ਸੇ ਕਾਹੇ ਜਾ ਗਾਏ। ਇਹ ਮਾਨਸ ਜਨਮ ਦੁਰਲਭ ਹੈ, ਨਾਮ ਬਿਨ ਬਿਰਥਾ ਸਭ ਜਾਏ। ਹੁਣ ਬਤ ਹਰ ਨਾਮ ਨਾ ਬੀਜਿਆ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰ ਪਾਏ। ਆਪ ਕਹਿਣਗੇ ਪਰਮਾਤਮਾ ਨੂੰ ਇਹੀ ਪਾਉਂਦਾ ਹੈ। ਤੁਸੀਂ ਦਿਲ ਚੋਂ ਖਿਆਲ ਹੀ ਕੱਢ ਦਿਓ ਕਿ ਸਾਥੂ ਕਿਸੇ ਨੇ ਪੁੱਛਣਾ ਨਹੀਂ ਪਿਆਰਿਓ। ਜਿਸ ਪਰਮਾਤਮਾ ਨੇ ਏਡੀ ਦੁਨੀਆ ਬਣਾਈ ਹੈ, ਸਭ ਕਾਸੇ ਦਾ ਉਹ ਮਾਲਕ ਹੈ। ਇਹ ਨਾ ਤੁਸੀਂ ਦੇਖੋ ਕਿ ਅਸੀਂ ਲਗਾਮ ਫਿਰਦੇ ਹਾਂ, ਸਾਡੀ ਲਗਾਮ ਕਿਸੇ ਦੇ ਹੱਥ ਵਿੱਚ ਹੈ। ਅਗਰ ਨਾ ਹੋਵੇ, ਬੜੇ ਬੜੇ ਡਿਕਟੇਟਰ ਦੁਨੀਆ ਦੇ ਵਿੱਚ ਹੋਏ ਹੈ, ਉਹਨਾਂ ਨੂੰ ਤਾਂ ਮੌਤ ਹੀ ਨਾ ਆਉਂਦੀ। ਅੱਜ ਉਹ ਜ਼ਰੂਰ ਇਹ ਦੁਨੀਆ ਦੇ ਵਿੱਚ ਦਿਸਦੇ, ਲੇਕਿਨ ਕਬੀਰ ਸਾਹਿਬ ਕਹਿੰਦੇ ਹੈ ਇਹ ਤਨ ਕਾਗਜ਼ ਕੀ ਪੁੜੀਆ, ਬੂੰਦ ਪੜਤ ਗਲ ਜਾਓਗੇ। ਕਹਿਤ ਕਬੀਰ ਸੁਣੋ ਭਾਈ ਸਾਧੋ, ਇੱਕ ਨਾ ਬਿਨਾ ਪਛਤਾਓਗੇ। ਸੁਰਤ